ਵਾਹਿਗੁਰੂ। ਗੁਰ ਸੇਵਾ ਕਰ ਨਮਸਕਾਰ। आज हमारा मंगल चार, आज हमारा सदा आनंद। लथी चिंत भेटे गोविंद, आज हमारा गृह बसंत। गुण गाए प्रभु तुम बेअंत। आज हमारा बने पाग, प्रभ संगी मिल खिलन लाग। होली कीनी संत सेव, रंग लागा अत लाल देव। मन तन मौलियो अत अनूप, सूक नाहि शाव धूप। सगली रूती हरिया होए, सद बसंत गुर मिले देव। बिरख जम्यो है पार जात, फूल लगे फल रतन भांत। त्रिपत अगाने हर गुण है गाए, जन नानक हर 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 ध्याए। बिना शास्त्र के संग नरंग भेट जानो, गह कान ताकू कित लैस दानो। यह मोर आज्ञा सुनो हे प्यारे, बिना शास्त्र के संग ना देवों दिदारे। श्री मुख बन्यो गरीब निवाज, शास्त्रन के अधीन है राज। राज बिना ना धर्म चलै है, धर्म बिला सब दले मले हैं। सूरा सो पहचानिय, जो लर दीन के हेत। पुरजा पुरजा कट मर, कबहू ना छाड़ै खेत। बाणी गुरु गुरु है बाणी, विच बाणी अमृत सारे। गुर बाणी कह सेवक जन मन, पर ताख गुरु निस्तारे। गुर बाणी कह सेवक जन मन,
ਪਰਤਖ ਗੁਰੂ ਨਿਸਤਾਰੇ। ਪਰਮ ਸਨਮਾਨਯੋਗ ਗੁਰਤਾ ਗੱਦੀ ਤੇ ਸੁਭਾਇਮਾਨ ਚਾਵਰ ਛਾਤਰ ਤਖਤ ਜੀ ਦੇ ਮਾਲਕ ਯਾਹਰਾਜ ਹੂਰ ਹਾਜਰਾ ਹਜੂਰ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਧੰਨ 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 ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੇ ਦਰੋਂ ਘਰੋਂ ਵਰਸਾਏ ਹੋਏ ਮਹਾਨ ਗੁਰਸਿੱਖ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਭਾਈ ਝਾੜੂ ਸਾਹਿਬ ਜੀ ਦੇ ਪਵਿੱਤਰ ਅਸਥਾਨਾਂ ਤੇ ਸਤ ਸੰਗਤ ਰੂਪ ਹੋ ਕਰਕੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰਿਓ ਗੁਰੂ ਸਵਾਰਿਓ ਸਤਿਕਾਰ ਸਹਿਤ ਗੁਰ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹੋ ਸਤਿਗੁਰਾਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਨੇ। ਅੱਜ ਦਾ ਪਾਵਨ ਪਵਿੱਤਰ ਦਿਹਾੜਾ ਜਿਸ ਨੂੰ ਆਪਾਂ ਹੋਲੇ ਮਹੱਲੇ ਦੇ ਨਾਂ ਨਾਲ ਜਾਣਦੇ ਹਾਂ, ਇਸ ਦਿਹਾੜੇ ਦੇ ਪਾਵਨ ਸੰਬੰਧ ਵਿੱਚ ਆਪਾਂ ਅੱਜ ਦੇ ਵਿਚਾਰ ਸਰਵਣ ਕਰਨੇ ਨੇ। ਕਿਉਂਕਿ ਸੰਸਾਰ ਦੇ ਅੰਦਰ ਇੱਕ ਤਿਉਹਾਰ ਪੁਰਾਣਕ ਤੌਰ ਤੇ ਪ੍ਰਸਿੱਧ ਚੱਲਦਾ ਆ ਰਿਹਾ ਜਿਸ ਨੂੰ ਆਪਾਂ ਹੋਲੀ ਦੇ ਨਾਂ ਨਾਲ ਜਾਣਦੇ ਹਾਂ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਹੋਲੀ ਤੋਂ ਹੋਲਾ ਮਹੱਲਾ ਕਿਵੇਂ ਬਣਾਇਆ ਤੇ ਹੋਲੀ ਵਿੱਚ ਤੇ ਹੋਲੇ ਮਹੱਲੇ ਵਿੱਚ ਕੀ ਅੰਤਰ ਹੈ, ਆਪਾਂ ਇਸ ਨੂੰ ਸਮਝਣ ਦਾ ਯਤਨ ਕਰਨਾ ਹੈ। ਇਤਿਹਾਸਕ ਬਚਨ ਵੀ ਅਸੀਂ ਸਤਿਗੁਰਾਂ ਦੇ ਪੜ੍ਹਦੇ ਹਾਂ। ਔਰਨ ਕੀ ਹੋਲੀ ਮਮ ਹੋਲਾ ਕਿਰਪਾ ਨਿਧ ਕਹਿਓ ਬਚਨ ਅਮੋਲਾ। ਕਿਰਪਾ ਦੇ ਖਜ਼ਾਨੇ ਸਤਿਗੁਰਾਂ ਨੇ ਇਹ ਅਮੋਲਕ ਬਚਨ ਬੋਲੇ ਨੇ ਕਿ ਹੋਰਨਾਂ ਦੀ ਹੋਲੀ ਹੈ ਪਰ ਸਾਡਾ ਹੈ ਹੋਲਾ। ਸੋ ਉਹ ਹੋਲੇ ਮਹੱਲੇ ਦਾ ਅੱਜ ਦਿਨ ਹੈ, ਦਿਹਾੜਾ ਹੈ। ਤੇ ਹਰ ਸਾਲ ਆਪ ਜੀ ਨੂੰ ਪਤਾ ਹੈ ਕਿ ਇਹ ਦਿਹਾੜਾ ਸਭ ਤੋਂ ਵੱਡੀ ਪੱਧਰ ਤੇ ਸਤਿਗੁਰਾਂ ਦੀ ਉਹ ਪਾਵਨ ਧਰਤੀ ਜਿਹੜੀ ਸਤਿਗੁਰਾਂ ਨੇ ਆਪ ਵਸਾਈ ਹੈ, ਉਹ ਪਾਵਨ ਧਰਤੀ ਜਿੱਥੇ ਖਾਲਸੇ ਦਾ ਜਨਮ ਹੋਇਆ ਹੈ, ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਇਹ ਪਾਵਨ ਦਿਹਾੜਾ ਬਹੁਤ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਕਿੰਨੀ ਕੁ ਸੰਗਤ ਉੱਥੇ ਪਹੁੰਚਦੀ ਹੈ ਇਹ ਅੰਦਾਜ਼ਾ ਲਾਉਣਾ ਵੀ ਔਖਾ ਹੋ ਜਾਂਦਾ ਹੈ ਕਿ ਅਣਗਿਣਤ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਚੱਲ ਕਰਕੇ ਉਸ ਧਰਤੀ ਨੂੰ ਨਤਮਸਤਕ ਹੋਣ ਵਾਸਤੇ ਆਉਂਦੀਆਂ ਨੇ। ਪਹਿਲਾਂ ਆਪਾਂ ਹੋਲੀ ਬਾਰੇ ਵਿਚਾਰ ਕਰਾਂਗੇ ਕਿ ਹੋਲੀ ਕਿੱਥੋਂ ਚੱਲੀ, ਫਿਰ ਸਿੱਖ ਨੇ ਕਿਸ ਢੰਗ ਨਾਲ ਹੋਲੀ ਮਨਾਉਣੀ ਹੈ ਇਹ ਵਾਚਾਂਗੇ। ਫਿਰ ਆਪਾਂ ਹੋਲੇ ਮਹੱਲੇ ਬਾਰੇ ਵਿਚਾਰ ਸਰਵਣ ਕਰਾਂਗੇ। ਇਕਾਗਰਤਾ ਬਣਾਇਓ। ਪਾਵਨ ਗੁਰਬਾਣੀ ਦੇ ਅੰਦਰ ਇੱਕ ਭਗਤ ਦਾ ਜ਼ਿਕਰ ਆਉਂਦਾ ਹੈ ਜੋ ਬੜੀ ਵਾਰ ਆਇਆ ਹੈ। ਸਤਿਗੁਰਾਂ ਨੇ ਆਪਣੀ ਬਾਣੀ ਅੰਦਰ ਵੀ ਜ਼ਿਕਰ ਕੀਤਾ ਤੇ ਭਗਤਾਂ ਨੇ ਵੀ ਆਪਣੀ ਬਾਣੀ ਅੰਦਰ ਉਸ ਭਗਤ ਦਾ ਬਹੁਤ ਵਾਰ ਜ਼ਿਕਰ ਕੀਤਾ। ਭਾਈ ਗੁਰਦਾਸ ਜੀ ਨੇ ਵੀ ਉਸ ਭਗਤ ਦਾ ਜ਼ਿਕਰ ਕੀਤਾ। ਭਾਈ ਗੁਰਦਾਸ ਜੀ ਦੇ ਬਚਨ ਪੜ੍ਹਦੇ ਹਾਂ। ਖਰ ਹਰਨਾਖਸ਼ ਦੈਂਤ ਦੈ ਕੱਲਰ ਕਵਲ ਭਗਤ ਪ੍ਰਹਿਲਾਦ। ਕਹਿੰਦੇ ਹਰਨਾਖਸ਼ ਦੈਂਤ ਜੋ ਇਸ ਤਰ੍ਹਾਂ ਸੀ ਜਿਵੇਂ ਇੱਕ ਕਲਰੀ ਧਰਤੀ ਹੋਵੇ। ਹੁਣ ਕਲਰੀ ਧਰਤੀ ਵਿੱਚ ਕਿਤੇ ਬੀਜ ਨਹੀਂ ਪੈਦਾ ਹੁੰਦਾ,
ਪਰ ਕਹਿੰਦੇ ਪਰਮੇਸ਼ਰ ਚਾਹੇ ਤੇ ਪੈਦਾ ਕਰ ਸਕਦਾ ਹੈ। ਹਰਨਾਕਸ਼ ਦੈਂਤ ਜੋ ਰੱਬ ਪਰਮੇਸ਼ਰ ਦੀ ਮਰਿਆਦਾ ਦੇ ਉਲਟ ਸੀ, ਕਲਰੀ ਧਰਤੀ ਵਰਗਾ ਸੀ, ਪਰ ਉਸ ਹਰਨਾਕਸ਼ ਦੈਂਤ ਦੇ ਘਰ ਵਿੱਚ ਪਰਮੇਸ਼ਰ ਨੇ ਐਸਾ ਕਮਲ ਦੇ ਫੁੱਲ ਵਰਗਾ ਭਗਤ ਜਿਹੜਾ ਸੀ ਪ੍ਰਹਿਲਾਦ ਪੈਦਾ ਕਰ ਦਿੱਤਾ। ਕਲਰੀ ਜ਼ਮੀਨ ਵਿੱਚ ਕਮਲ ਨਹੀਂ ਪੈਦਾ ਹੁੰਦਾ, ਪਰ ਪਰਮੇਸ਼ਰ ਨੇ ਪੈਦਾ ਕਰ ਦਿੱਤਾ, ਕਿਉਂਕਿ ਪਰਮੇਸ਼ਰ ਕਰ ਸਕਦਾ ਹੈ। ਤੁਹਾਡੇ ਵਿੱਚੋਂ ਜਿਹੜੇ ਗੁਰਮੁਖ ਪ੍ਰੇਮੀ ਰਹਿ ਰਾਸ ਦਾ ਪਾਠ ਭਾਵਨਾ ਦੇ ਨਾਲ ਕਰਦੇ ਨੇ, ਸੁਣਦੇ ਨੇ, ਉਹ ਵੀ ਇਹ ਰੋਜ਼ਾਨਾ ਬਚਨ ਪੜ੍ਹਦੇ ਸੁਣਦੇ ਨੇ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ RAM ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਸਤਿਗੁਰਾਂ ਨੇ ਬਾਣੀ ਵਿੱਚ ਬਹੁਤ ਵਾਰ ਜ਼ਿਕਰ ਕੀਤਾ ਹੈ ਕਿ ਹਰ ਯੁੱਗ ਵਿੱਚ ਉਸ ਵਾਹਿਗੁਰੂ ਨੇ ਭਗਤ ਪੈਦਾ ਕੀਤੇ ਨੇ, ਤੇ ਹਰ ਯੁੱਗ ਦੇ ਵਿੱਚ ਹੀ ਆਪਣੇ ਭਗਤਾਂ ਦੀ ਪੈਜ ਰੱਖਦਾ ਆਇਆ ਉਹ ਵਾਹਿਗੁਰੂ, ਅਤੇ ਉਸ ਨੇ ਹਰਨਾਕਸ ਨੂੰ ਮਾਰ ਕਰਕੇ ਤੇ ਪ੍ਰਹਿਲਾਦ ਭਗਤ ਨੂੰ ਤਾਰਨਾ ਕੀਤਾ ਹੈ। ਹੁਣ ਪ੍ਰਹਿਲਾਦ ਭਗਤ ਕੌਣ ਹੈ? ਪ੍ਰਹਿਲਾਦ ਦਾ ਪਿਤਾ ਹੈ ਹਰਨਾਕਸ਼, ਜੋ ਇੱਕ ਦੈਂਤ ਕੁਲ ਵਿੱਚੋਂ ਹੋਇਆ ਹੈ। ਕਹਿੰਦੇ ਨੇ ਇਸ ਨੇ ਤਪ ਕੀਤਾ। ਮੈਂ ਸੰਖੇਪ ਵਿੱਚ ਸਰਵਣ ਕਰਵਾਵਾਂਗਾ, ਕਿਉਂਕਿ ਸਮੇਂ ਵਿੱਚ ਆਪਾਂ ਸਮਾਪਤੀ ਵੀ ਕਰਨੀ ਹੈ। ਇਸ ਨੇ ਤਪ ਕੀਤਾ ਹੈ, ਤੇ ਇਸ ਨੇ ਤਪ ਕਰਕੇ 8 ਵਰ ਲਏ ਨੇ। ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਉੱਪਰ ਮਰਾਂ, ਨਾ ਥੱਲੇ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਕਿਸੇ ਮਨੁੱਖ ਦੇ ਹੱਥੋਂ ਮਰਾਂ, ਤੇ ਨਾ ਕਿਸੇ ਸ਼ਸਤਰ ਨਾਲ ਮਰਾਂ। ਇਹ 8 ਵਾਰ ਇਹਨੇ ਲਏ। ਕਹਿੰਦੇ ਜਦੋਂ ਇਹ ਤਪ ਕਰਨ ਵਾਸਤੇ ਗਿਆ ਸੀ ਤੇ ਮਗਰੋਂ ਇੰਦਰ ਨੇ ਹਮਲਾ ਕੀਤਾ, ਇਹਦਾ ਰਾਜ ਭਾਗ ਉਜਾੜ ਦਿੱਤਾ, ਅਤੇ ਇਸ ਦੀ ਘਰਵਾਲੀ ਕਿਆਦੂ ਨੂੰ ਉਹ ਜ਼ਬਰਦਸਤੀ ਉਠਾ ਕੇ ਲੈ ਗਿਆ ਸੀ। ਕਹਿੰਦੇ ਨੇ ਰਸਤੇ ਵਿੱਚ ਨਾਰਦ ਮੁਨੀ ਮਿਲਿਆ ਇੰਦਰ ਨੂੰ, ਤੇ ਉਸ ਨੇ ਇੰਦਰ ਨੂੰ ਸਮਝਾਇਆ ਹੈ ਕਿ ਠੀਕ ਹੈ, ਤੂੰ ਉਹਨਾਂ ਨਾਲ ਜੰਗ ਕੀਤਾ ਹੈ, ਪਰ ਇਹਦੇ ਵਿੱਚ ਇਸ ਅਬਲਾ ਦਾ ਕੀ ਕਸੂਰ ਹੈ? ਇਹਨੂੰ ਲੈ ਕੇ ਨਾ ਜਾ, ਇਹਦੇ ਤੇ ਪਾਪ ਨਾ ਕਰ, ਜ਼ੁਲਮ ਨਾ ਕਰ। ਕਹਿੰਦੇ ਇੰਦਰ ਛੱਡ ਗਿਆ ਹੈ। ਨਾਰਦ ਮੁਨੀ ਉਹਨੂੰ ਰਿਸ਼ੀਆਂ ਦੀ ਕੁਟੀਆ ਵਿੱਚ ਲੈ ਗਿਆ ਹੈ। ਵੀ ਉਸ ਨੇ ਆਖਿਆ ਹੈ ਕਿਆਦੂ ਨੂੰ, ਜੋ ਹਰਨਾਕਸ਼ ਦੀ ਰਾਣੀ ਸੀ, ਕਿ ਜਦੋਂ ਤੇਰਾ ਪਤੀ ਵਾਪਸ ਆਵੇਗਾ ਤਪ ਕਰਕੇ, ਤੇ ਉਸ ਵੇਲੇ ਮੈਂ ਤੈਨੂੰ ਵਾਪਸ ਛੱਡ ਆਵਾਂਗਾ। ਉਹਨਾਂ ਚਿਰ ਧੀਏ ਤੂੰ ਇੱਥੇ ਰਹਿਣਾ ਕਰ। ਹੁਣ ਉਹ ਉੱਥੇ ਰਹਿੰਦੀ ਹੈ। ਰਿਸ਼ੀਆਂ ਮੁਨੀਆਂ ਵਾਸਤੇ ਉਹ ਪਦਾਰਥ ਤਿਆਰ ਕਰਦੀ ਹੈ, ਸੇਵਾ ਕਰਦੀ ਹੈ, ਨਾਲ ਬੰਦਗੀ ਕਰਦੀ ਹੈ, ਤੇ ਪੇਟ ਦੇ ਵਿੱਚ ਜਿਹੜਾ ਬੱਚਾ ਪਲ ਰਿਹਾ ਹੈ, ਕਿਉਂਕਿ ਸਾਇੰਸ ਵੀ ਇਹ ਗੱਲ ਮੰਨਦੀ ਹੈ, ਤੇ ਗੁਰਮਤਿ ਤਾਂ ਪਹਿਲਾਂ ਹੀ ਇਹ ਬਚਨ ਕਹਿੰਦੀ ਹੈ ਕਿ ਜਿਸ ਮਾਂ ਦੇ ਪੇਟ ਵਿੱਚ ਬੱਚਾ ਪਲ ਰਿਹਾ ਹੈ, ਉਹ ਮਾਂ ਜਿਹੋ ਜਿਹਾ ਸੁਣਦੀ ਹੈ, ਉਹਦਾ ਵੀ ਅਸਰ ਬੱਚੇ 'ਤੇ ਹੁੰਦਾ ਹੈ। ਉਹ ਮਾਂ ਜੋ ਵੇਖਦੀ ਹੈ, ਉਹਦਾ ਵੀ ਅਸਰ ਹੁੰਦਾ ਹੈ। ਉਹ ਮਾਂ ਜੋ ਖਾਂਦੀ ਹੈ, ਪਹਿਨਦੀ ਹੈ, ਜੋ ਵੀ ਕਰਮ ਕਰਦੀ ਮਾਂ, ਉਹਨਾਂ ਸਾਰੇ ਕਰਮਾਂ ਦਾ ਅਸਰ ਪੇਟ ਵਿੱਚ ਪਲ ਰਹੇ ਬੱਚੇ 'ਤੇ ਹੁੰਦਾ ਹੈ। ਧਿਆਨ ਦੇਣਾ ਗੁਰੂ ਪਿਆਰ ਵਾਲਿਓ। ਹੁਣ ਉਹ ਰਿਸ਼ੀਆਂ ਮੁਨੀਆਂ ਦੇ ਵਿੱਚ ਰਹਿੰਦੀ ਰਹੀ। ਉੱਥੇ ਬੰਦਗੀ ਵਾਲੇ ਰੱਬ ਦੇ ਪਿਆਰੇ ਸਨ। ਰੋਜ਼ਾਨਾ ਉਹਨਾਂ ਨੇ ਮੱਥੇ ਲੱਗਣਾ, ਉਹਨਾਂ ਦੇ ਕੋਲੋਂ ਸਿਮਰਨ ਬੰਦਗੀ ਸੁਣਨੀ, ਆਪ ਕਰਨੀ, ਸੇਵਾ ਕਰਨੀ। ਤੇ ਗੁਰੂ ਪਿਆਰ ਵਾਲਿਓ, ਆਖਰਕਾਰ ਪ੍ਰਹਿਲਾਦ ਦਾ ਜਨਮ ਹੋਇਆ, ਤੇ ਕੁਝ ਸਮਾਂ ਉੱਥੇ ਰਹੇ, ਅਤੇ ਉੱਥੇ ਰਿਸ਼ੀਆਂ ਮੁਨੀਆਂ ਦੇ ਵਿੱਚ ਰਹਿ ਕਰਕੇ ਪਰਮੇਸ਼ਰ ਦੇ ਨਾਮ ਦੀ ਚੇਟਕ ਜਿਹੜੀ ਉੱਥੋਂ ਲੱਗ ਗਈ। ਫਿਰ ਨਾਰਦ ਮੁਨੀ ਇਸ ਕਿਆਦੂ ਰਾਣੀ ਨੂੰ ਅਤੇ ਪ੍ਰਹਿਲਾਦ ਨੂੰ ਹਰਨਾਕਸ਼ ਦੇ ਕੋਲ ਛੱਡ ਕਰਕੇ ਆਇਆ ਹੈ। ਹੋਰ ਹਰਨਾਕਸ਼ ਜਿਹੜਾ ਸੀ, ਜਦੋਂ ਉਹਨੂੰ ਇਹ ਵਰ ਮਿਲ ਗਏ ਤੇ ਉਹਦੇ ਅੰਦਰ ਹਉਮੈ ਆ ਗਏ। ਕਿਉਂਕਿ ਗੁਰੂ ਪਿਆਰ ਵਾਲਿਓ, ਜਿਹੜੀ ਹਉਮੈ ਹੈ ਨਾ, ਇਹ ਬੜੀ ਭੈੜੀ ਬਿਮਾਰੀ ਹੈ। ਇਹ ਮਨੁੱਖ ਦੇ ਅੰਦਰ ਪਤਾ ਨਹੀਂ ਕਦੋਂ ਪੈਦਾ ਹੋ ਜਾਂਦੀ ਹੈ। ਕਈ ਵਾਰ ਚੰਗੇ ਕਰਮ ਕਰਦਿਆਂ ਵੀ ਹਉਮੈ ਪੈਦਾ ਹੋ ਜਾਂਦੀ ਹੈ। ਬਾਣੀ ਪੜ੍ਹਦਿਆਂ ਵੀ ਹਉਮੈ ਪੈਦਾ ਹੋ ਜਾਂਦੀ ਕਿ ਮੈਂ ਬਾਣੀ ਪੜ੍ਹਦਾ, ਮੇਰੇ ਜਿੰਨੀ ਬਾਣੀ ਨਹੀਂ ਕੋਈ ਪੜ੍ਹਦਾ ਹੋਣਾ। ਸਿਮਰਨ ਕਰਦਿਆਂ ਵੀ ਹਉਮੈ ਪੈਦਾ ਹੋ ਜਾਂਦੀ ਹੈ। ਸੇਵਾ ਕਰਦਿਆਂ ਵੀ ਹਉਮੈ ਪੈਦਾ ਹੋ ਜਾਂਦੀ ਹੈ। ਹੁਣ ਹਉਮੈ ਅੰਦਰ ਪੈਦਾ ਹੋ ਗਈ
ਤੇ ਹਉਮੈ ਇੰਨੀ ਵੱਧ ਗਈ ਕਿ ਰੱਬ ਤੋਂ ਦੂਰ ਹੋ ਗਿਆ। ਕਿਉਂਕਿ ਹਉਮੈ ਹੀ ਸਭ ਤੋਂ ਵੱਡੀ ਬਿਮਾਰੀ ਹੈ ਜਿਹੜੀ ਸਾਨੂੰ ਪਰਮੇਸ਼ਰ ਤੋਂ ਦੂਰ ਕਰਦੀ ਹੈ। ਹਉਮੈ ਹੀ ਉਹ ਸਭ ਤੋਂ ਵੱਡਾ ਪਰਦਾ ਹੈ ਜਿਹੜਾ ਸਾਨੂੰ ਪਰਮੇਸ਼ਰ ਨਾਲ ਮਿਲਾਪ ਨਹੀਂ ਕਰਨ ਦਿੰਦਾ। ਮੈਂ ਪਾਵਨ ਗੁਰਬਾਣੀ ਦੇ ਕੁਝ ਬਚਨ ਆਪ ਜੀ ਦੇ ਸਨਮੁਖ ਰੱਖਾਂ। ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਬਚਨ ਨੇ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਬਾਬਾ ਰਵਿਦਾਸ ਜੀ ਫਰਮਾਉਂਦੇ ਨੇ ਕਿ ਜਦੋਂ ਮੇਰੇ ਅੰਦਰ ਮੈਂ ਸੀ, ਹਉਮੈ ਸੀ, ਹੇ ਵਾਹਿਗੁਰੂ ਉਦੋਂ ਤੂੰ ਨਹੀਂ ਸੀ। ਜੇ ਹੁਣ ਤੂੰ ਆਇਆ ਹੈ ਤੇ ਮੇਰੇ ਅੰਦਰ ਮੈਂ ਨਹੀਂ ਹੈਗੀ। ਕਿਉਂਕਿ ਜਿੰਨਾ ਚਿਰ ਮੈਂ ਹੈ, ਜਿੰਨਾ ਚਿਰ ਹਉਮੈ ਹੈ, ਉਹਨਾਂ ਚਿਰ ਗੁਰੂ ਪਿਆਰ ਵਾਲਿਓ ਜੀਵਨ ਦੀ ਸਫਲਤਾ ਨਹੀਂ, ਪਰਮੇਸ਼ਰ ਦਾ ਮਿਲਾਪ ਨਹੀਂ ਹੋਵੇਗਾ। ਹਉਮੈ ਸਾਨੂੰ ਪਰਮੇਸ਼ਰ ਤੋਂ ਦੂਰ ਕਰਦੀ ਹੈ। ਇਸੇ ਕਰਕੇ ਪਾਤਸ਼ਾਹ ਨੇ ਬਚਨ ਲਿਖੇ ਨੇ, ਹਰ ਜੀਉ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੈ। ਰੱਬ ਨੂੰ ਹੰਕਾਰ ਨਹੀਂ ਚੰਗਾ ਲੱਗਦਾ। ਪ੍ਰਾਤਨ ਧਾਰਮਿਕ ਗ੍ਰੰਥ ਵੇਦ ਵੀ ਕੂਕਾ ਮਾਰ ਮਾਰ ਕੇ ਸੁਣਾਉਂਦੇ ਨੇ ਕਿ ਭਾਈ ਹੰਕਾਰ ਉੱਥੇ ਪ੍ਰਵਾਨ ਨਹੀਂ ਹੈ। ਆਮ ਆਪਾਂ ਅਖਾਣ ਪੜ੍ਹਦੇ ਹਾਂ, ਹੰਕਾਰਿਆ ਸੋ ਮਾਰਿਆ। ਹੰਕਾਰ ਬੰਦੇ ਨੂੰ ਡੇਗਦਾ ਹੈ, ਹੰਕਾਰਿਆ ਮਰਦਾ ਹੈ। ਤੇ ਗੁਰੂ ਪਿਆਰ ਵਾਲਿਓ ਪਾਤਸ਼ਾਹ ਬਚਨ ਕਰਦੇ ਨੇ, ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰਹਿ ਆਏ। ਜਿੰਨਾ ਚਿਰ ਮੈਂ ਕਰਦਾ ਏ, ਉਹਨਾਂ ਚਿਰ ਇਹਦੇ ਜੀਵਨ ਦਾ ਇੱਕ ਵੀ ਕਾਰਜ ਪੂਰਾ ਨਹੀਂ ਹੋਣਾ। ਜਿਸ ਦਿਨ ਮੇਰੀ ਮੇਰੀ ਮਿਟ ਗਈ ਹੈ, ਉਸ ਦਿਨ ਗੁਰੂ ਪਿਆਰ ਵਾਲਿਓ ਗੁਰੂ ਦੀ ਕਿਰਪਾ ਦੇ ਨਾਲ ਜੀਵਨ ਦੀ ਸਫਲਤਾ ਹੋ ਜਾਣੀ ਹੈ। ਪਰਮੇਸ਼ਰ ਨੇ ਆਪ ਆ ਕਰਕੇ ਕਾਰਜ ਸਾਰਨੇ ਨੇ। ਹੁਣ ਹੰਕਾਰ ਅੰਦਰ ਪੈਦਾ ਹੋਇਆ, ਪਰਮੇਸ਼ਰ ਭੁੱਲ ਗਿਆ। ਹਰਨਾਕਸ਼ ਨੇ ਆਖਿਆ, ਮੈਂ ਹੀ ਰੱਬ ਹਾਂ, ਮੈਂ ਮਾਰ ਨਹੀਂ ਸਕਦਾ, ਮੈਨੂੰ ਕੋਈ ਮਾਰ ਨਹੀਂ ਸਕਦਾ। ਇਹਨੇ ਪ੍ਰਜਾ ਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਸਾਰੀ ਪ੍ਰਜਾ ਨੂੰ ਧੱਕੇ ਨਾਲ ਕਹਿਣ ਲੱਗਾ ਕਿ ਮੇਰਾ ਨਾਂ ਜਪੋ, ਹੋਰ ਕੋਈ ਨਹੀਂ ਹੈ, ਰੱਬ ਕੋਈ ਨਹੀਂ, ਭਗਵਾਨ ਕੋਈ ਨਹੀਂ, ਮੈਂ ਹੀ ਭਗਵਾਨ। ਭਗਵਾਨ ਵੀ ਮਰਦਾ ਨਹੀਂ ਤੇ ਮੈਂ ਵੀ ਨਹੀਂ ਮਰਨਾ, ਇਸ ਕਰਕੇ ਮੈਂ ਹੀ ਭਗਵਾਨ ਹਾਂ। ਤੇ ਇਹ ਬਚਨ ਵੀ ਅਸੀਂ ਇਤਿਹਾਸਕ ਲਿਖਤਾਂ ਵਿੱਚੋਂ ਪੜ੍ਹਦੇ ਹਾਂ। ਇਹਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ, ਜਲੇ ਹਰਨਾਕਸ਼ ਥਲੇ ਹਰਨਾਕਸ਼, ਵੀ ਹਰ ਥਾਂ ਤੇ ਹੁਣ ਹਰਨਾਕਸ਼ ਹੀ ਹਰਨਾਕਸ਼ ਹੈ। ਹੁਣ ਲੋਕ ਡਰਦੇ ਮਾਰੇ ਇਹਨੂੰ ਜਪਦੇ ਨੇ। ਅੱਜ ਵੀ ਬਹੁਤ ਲੋਕ ਡਰਦੇ ਮਾਰੇ ਕਬਰਾਂ ਦੀ ਪੂਜਾ ਕਰਦੇ, ਪੁੱਠੇ ਪਾਸੇ ਜਾਂਦੇ, ਡਰ ਕਾਰਨ ਹੀ ਜਾਂਦੇ ਆ ਨਾ। ਧਿਆਨ ਦੇਣਾ ਗੁਰੂ ਪਿਆਰ ਵਾਲਿਓ। ਹੁਣ ਬਾਕੀ ਲੋਕ ਤਾਂ ਇਹਦਾ ਨਾਮ ਡਰਦੇ ਮਾਰੇ ਜਪਣ ਲੱਗ ਪਏ, ਪਰ ਪਰਮੇਸ਼ਰ ਨੇ ਐਸੀ ਖੇਡ ਵਰਤਾਈ, ਜਿਹੜਾ ਇਹਦੇ ਘਰ ਵਿੱਚ ਪੁੱਤਰ ਪੈਦਾ ਕੀਤਾ, ਭਗਤ ਪ੍ਰਹਿਲਾਦ, ਜਿਹਨੂੰ ਰਿਸ਼ੀਆਂ ਮੁਨੀਆਂ ਦੀ ਸੰਗਤ ਦੇ ਕਰਕੇ ਉਹਦੇ ਅੰਦਰ ਨਾਮ ਦੀ ਚੇਟਕ ਲਾਈ। ਉਹ ਇਹਦਾ ਨਾਮ ਨਹੀਂ ਜਪਦਾ, ਉਹ ਪਰਮੇਸ਼ਰ ਦਾ ਨਾਮ ਜਪਦਾ ਪਿਆ ਹੈ। ਜੇ ਮੈਂ ਪੂਰਾ ਇਤਿਹਾਸ ਖੋਲਾਂ ਤੇ ਸਮਾਂ ਬੜਾ ਲੱਗ ਜਾਣਾ ਹੈ। ਮੈਂ ਕੇਵਲ ਸੰਖੇਪ ਵਿੱਚ ਤੁਹਾਡੇ ਸਨਮੁਖ ਰੱਖ ਦੇਵਾਂ। ਪ੍ਰਹਿਲਾਦ ਭਗਤ ਨੂੰ ਕਈ ਵਾਰ ਡਰਾਇਆ ਧਮਕਾਇਆ ਵੀ ਹੈ, ਪਰ ਉਹ ਪਰਮੇਸ਼ਰ ਦਾ ਨਾਮ ਜਪਣੋਂ ਨਾ ਹਟਿਆ। ਪ੍ਰਹਿਲਾਦ ਭਗਤ ਨੂੰ ਪੜ੍ਹਨ ਵਾਸਤੇ ਪਾਠਸ਼ਾਲਾ ਵਿੱਚ ਪਾ ਦਿੱਤਾ ਹੈ। ਹੁਣ ਪਾਠਸ਼ਾਲਾ ਦੇ ਵਿੱਚ 2 ਟੀਚਰਾਂ ਦਾ ਜ਼ਿਕਰ ਆਉਂਦਾ, ਜਿਨ੍ਹਾਂ ਦਾ ਗੁਰਬਾਣੀ ਵਿੱਚ ਨਾਂ ਲਿਖਿਆ ਹੋਇਆ, ਸੰਡਾ ਮਰਕਾ ਜਾਏ ਪੁਕਾਰੈ। ਸੰਡਾ ਤੇ ਅਮਰਕਾ ਇਹ 2 ਟੀਚਰ ਸਨ, ਜਿਨ੍ਹਾਂ ਨੂੰ ਰਾਜੇ ਹਰਨਾਕਸ਼ ਨੇ ਇਹ ਹਦਾਇਤ ਕੀਤੀ ਕਿ ਮੇਰੇ ਪੁੱਤਰ ਨੂੰ ਇਹ ਪੜ੍ਹਾਓ ਕਿ ਇਹ ਵੀ ਮੇਰਾ ਨਾਮ ਜਪੇ। ਪਰ ਖੇਡ ਐਸੀ ਵਰਤੀ, ਜਿਵੇਂ ਜਿਵੇਂ ਪ੍ਰਹਿਲਾਦ ਭਗਤ ਪੜ੍ਹਨ ਵਾਸਤੇ ਜਾਂਦਾ ਹੈ, ਉਹਨੇ ਆਪ ਤੇ ਹਰਨਾਕਸ਼ ਦਾ ਨਾਮ ਕੀ ਜਪਣਾ। ਜਿੰਨੇ ਨਾਲ ਦੇ ਸੰਗੀ ਸਨ, ਜਿੰਨੇ ਵੀ ਬੱਚੇ ਹੋਰ ਸਨ, ਉਹਨਾਂ ਨੂੰ ਵੀ ਰਾਮ ਨਾਮ ਜਪਣ ਲਾ ਦਿੱਤਾ ਹੈ। ਹੁਣ ਉਹ ਜਿਹੜੇ ਟੀਚਰ ਸਨ, ਉਹਨਾਂ ਦੇ ਮਨ ਅੰਦਰ ਭੈ, ਉਹਨਾਂ ਦੇ ਅੰਦਰ ਡਰ ਸੀ ਕਿ ਜੇ ਬਾਦਸ਼ਾਹ ਨੂੰ ਪਤਾ ਲੱਗਾ, ਰਾਜੇ ਨੂੰ, ਉਹਨੇ ਤਾਂ ਸਾਨੂੰ ਮਾਰ ਦੇਣਾ ਹੈ ਕਿ ਅਸੀਂ ਤਾਂ ਤੇਰੇ ਕੋਲ ਇਹ ਪੁੱਤਰ ਭੇਜਿਆ ਸੀ ਬਦਲਣ ਵਾਸਤੇ, ਤੇ ਤੁਸੀਂ ਹੋਰ ਬੱਚਿਆਂ ਨੂੰ ਵੀ ਇੱਧਰ ਲਾ ਦਿੱਤਾ। ਉਹ ਪਹਿਲਾਂ ਹੀ ਚੱਲ ਕਰਕੇ ਰਾਜੇ ਦੇ ਕੋਲ ਆਏ ਤੇ ਉੱਚੀ ਉੱਚੀ ਰੋਣ ਲੱਗ ਪਏ, ਕਹਿਣ ਲੱਗੇ, ਬਾਦਸ਼ਾਹ ਸਲਾਮਤ, ਸਾਡੇ ਵੱਸ ਦੀ ਖੇਡ ਨਹੀਂ, ਤੇਰੇ ਪੁੱਤਰ ਨੇ ਤੇਰਾ ਨਾਮ ਤੇ ਕੀ ਜਪਣਾ ਹੈ, ਬਾਕੀ ਬੱਚਿਆਂ ਨੂੰ ਵੀ ਵਿਗਾੜ ਕੇ ਰੱਖ ਦਿੱਤਾ। ਪਾਵਨ ਗੁਰਬਾਣੀ ਦੇ ਵਿੱਚ ਇਹ ਬਚਨ ਲਿਖਿਆ, ਜਿਹੜਾ ਬਚਨ ਉਹਨਾਂ ਨੇ ਕਿਹਾ, ਉਹਨਾਂ ਨੇ ਆਖਿਆ, ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਇਹ ਪਾਵਨ ਗੁਰਬਾਣੀ ਦੀ ਪੰਕਤੀ ਹੈ ਕਿ ਤੇਰਾ ਪੁੱਤਰ ਪ੍ਰਹਿਲਾਦ ਆਪ ਵੀ ਵਿਗੜ ਗਿਆ ਹੈ ਤੇ ਬਾਕੀ ਇਹਨੇ ਬੱਚੇ ਵੀ ਵਿਗਾੜ ਕੇ ਰੱਖ ਦਿੱਤੇ ਨੇ।
ਸੋ ਤੇਰਾ ਨਾਮ ਨਹੀਂ ਜਪਣ ਦਿੰਦਾ। ਸੋ ਗੁਰੂ ਪਿਆਰ ਵਾਲਿਓ, ਹੁਣ ਖੇਡ ਇਹ ਵਾਪਰੀ ਹੈ। ਭਗਤ ਪ੍ਰਹਿਲਾਦ ਪਰਮੇਸ਼ਰ ਦਾ ਨਾਮ ਜਪਦਾ ਹੈ। ਇੱਕ ਦਿਨ ਇੱਕ ਘਟਨਾ ਵਾਪਰੀ। ਇੱਕ ਮਾਈ ਗੁਰੂ ਪਿਆਰ ਵਾਲਿਓ ਉਹ ਰਾਮ ਰਾਮ ਜਪਦੀ ਪਈ। ਪ੍ਰਹਿਲਾਦ ਨੇ ਪੁੱਛ ਲਿਆ ਕਿ ਮਾਈ, ਸਾਰੇ ਲੋਕ ਡਰਦੇ ਮੇਰੇ ਪਿਤਾ ਦਾ ਨਾਮ ਜਪਦੇ ਪਏ ਐ, ਤੂੰ ਰਾਮ ਰਾਮ ਕਿਉਂ ਜਪਦੀ ਪਈ ਐ? ਉਸ ਮਾਈ ਨੇ ਆਖਿਆ, ਪੁੱਤਰ, ਜਿਹੜੇ ਕਾਰਜ ਵਾਸਤੇ ਮੈਂ ਰਾਮ ਨਾਮ ਜਪਦੀ ਆ ਨਾ, ਉਹ ਕਾਰਜ ਤੇਰਾ ਪਿਤਾ ਨਹੀਂ ਕਰ ਸਕਦਾ, ਉਹ ਕੇਵਲ ਪਰਮੇਸ਼ਰ ਹੀ ਕਰ ਸਕਦਾ। ਆਖਿਆ, ਮਾਈ ਐਸਾ ਕਿਹੜਾ ਕਾਰਜ ਹੈ? ਤਾਂ ਉਸ ਮਾਤਾ ਨੇ ਆਖਿਆ, ਪੁੱਤਰ, ਅਸੀਂ ਘੁਮਿਆਰ ਹੁੰਦੇ ਹਾਂ, ਅਸੀਂ ਕੱਚੇ ਘੜੇ ਮਿੱਟੀ ਦੇ ਬਣਾਏ ਨੇ, ਉਹਨਾਂ ਨੂੰ ਆਵੇ ਵਿੱਚ ਰੱਖਿਆ ਹੋਇਆ ਹੈ, ਤੇ ਉਹਨਾਂ ਘੜਿਆਂ ਦੇ ਵਿੱਚ ਇੱਕ ਘੜੇ ਵਿੱਚ ਬਿੱਲੀ ਨੇ ਆਪਣੇ ਬੱਚੇ ਦਿੱਤੇ ਹੋਏ ਸੀ। ਮੈਨੂੰ ਖਿਆਲ ਭੁੱਲ ਗਿਆ ਹੈ ਅਤੇ ਮੇਰੇ ਲੜਕੇ ਨੇ ਉਸ ਆਵੇ ਨੂੰ ਅੱਗ ਦੇ ਦਿੱਤੀ ਹੋਣੀ ਹੈ, ਤੇ ਮੈਂ ਤਾਂ ਉਸ ਪਰਮੇਸ਼ਰ ਅੱਗੇ ਅਰਦਾਸ ਕਰਦੀ ਹਾਂ ਕਿ ਦਾਤਾ, ਉਹਨਾਂ ਦੀ ਰੱਖਿਆ ਹੁਣ ਤੂੰ ਕੇਵਲ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ। ਪ੍ਰਹਿਲਾਦ ਨੇ ਬੜੀ ਉਤਸੁਕਤਾ ਨਾਲ ਪੁੱਛਿਆ, ਮਾਈ ਕਿੱਦਣ ਆਵਾ ਖੋਲ੍ਹਣਾ ਹੈ? ਮੈਂ ਵੀ ਚੱਲ ਕਰਕੇ ਆਵਾਂਗਾ। ਸਮਾਂ ਦੱਸ ਦਿੱਤਾ ਕਿ ਇੰਨੇ ਦਿਨਾਂ ਨੂੰ ਆਵਾ ਖੋਲ੍ਹੇਗਾ। ਉਸ ਦਿਨ ਪ੍ਰਹਿਲਾਦ ਵੀ ਚੱਲ ਕਰਕੇ ਉੱਥੇ ਗਿਆ ਹੈ। ਮਾਈ ਨੇ ਜਦੋਂ ਉਹ ਆਵਾ ਖੋਲ੍ਹਿਆ ਹੈ ਤੇ ਗੁਰੂ ਪਿਆਰ ਵਾਲਿਓ ਪਹਿਲਾ ਭਾਂਡਾ ਕੱਢਿਆ ਹੈ, ਲਾਲ ਸੁਰਖ ਹੋਇਆ ਪੱਕਾ ਹੋਇਆ ਹੈ। ਦੂਜਾ ਭਾਂਡਾ ਕੱਢਿਆ ਹੈ, ਉਹ ਵੀ ਪੱਕਿਆ ਹੋਇਆ ਹੈ। 3-4 ਭਾਂਡੇ ਕੱਢ ਕਰਕੇ ਵੇਖੇ। ਜਦੋਂ ਚੌਥਾ ਭਾਂਡਾ ਕੱਢਿਆ ਤੇ ਕੀ ਦੇਖਦੀ, ਉਹ ਵੀ ਲਾਲ ਪੱਕਾ ਹੋਇਆ ਹੈ, ਪਰ ਉਹਦੇ ਵਿੱਚ ਬਿੱਲੀ ਦੇ ਬਲੂੰਗੜੇ ਜਿਨ੍ਹਾਂ ਨੂੰ ਸੇਕ ਤੱਕ ਨਹੀਂ ਲੱਗਾ। ਤੇ ਮਾਈ ਕਹਿਣ ਲੱਗੀ, ਵੇਖ, ਇਹ ਪਰਮੇਸ਼ਰ ਦੀ ਕਿਰਪਾ ਹੈ, ਜੇ ਉਹ ਪਰਮੇਸ਼ਰ ਨਾ ਹੁੰਦਾ ਤੇ ਇਹਨਾਂ ਵਿੱਚ ਸੜ ਕੇ ਮਰ ਜਾਣਾ ਸੀ। ਧਿਆਨ ਦੇਣਾ। ਜਦੋਂ ਇਹ ਘਟਨਾ ਸੁਣੀ, ਪ੍ਰਹਿਲਾਦ ਭਗਤ ਦੇ ਮਨ ਦੇ ਉੱਤੇ ਇਸ ਚੀਜ਼ ਦਾ ਹੋਰ ਅਸਰ ਹੋਇਆ, ਹੋਰ ਭਰੋਸਾ ਵੱਧ ਗਿਆ, ਕਿਉਂਕਿ ਇਸੇ ਕਰਕੇ ਤੇ ਕਥਾ ਸੁਣਨੀ ਹੁੰਦੀ ਹੈ, ਤਾਂ ਕਿ ਪਹਿਲਾਂ ਵੀ ਮਨ ਤੁਰਿਆ ਹੈ, ਪਰ ਸੁਣ ਕਰਕੇ ਹੋਰ ਵੀ ਜੁੜ ਜਾਵੇ। ਧਿਆਨ ਦੇਣਾ ਗੁਰੂ ਪਿਆਰ ਵਾਲਿਓ। ਪਰ ਇੱਕ ਗੱਲ ਧਿਆਨ ਵਿੱਚ ਰੱਖਿਓ, ਪੱਥਰ ਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ। ਇਹ ਵੀ ਪਾਵਨ ਗੁਰਬਾਣੀ ਵਿੱਚ ਬਚਨ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਕਿਉਂਕਿ ਕਈ ਐਸੇ ਲੋਕ ਵੀ ਹੈ ਜਿਹੜੇ ਰੋਜ਼ਾਨਾ ਕਥਾ ਸੁਣ ਕਰਕੇ ਵੀ ਪੱਥਰ ਵਰਗੇ ਰਹਿ ਜਾਂਦੇ, ਉਹਨਾਂ ਵਿੱਚੋਂ ਅੱਗ ਹੀ ਬਾਹਰ ਨਿਕਲਦੀ ਹੈ। ਜੈਸੇ ਪਾਹਣ ਜਲ ਮਾਹੇ ਰਾਖਿਓ, ਭੇਦੈ ਨਾਹੀ ਤਿਹ ਪਾਨੀ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਜਿਵੇਂ ਪੱਥਰ ਜਲ ਵਿੱਚ ਰੱਖਿਆ ਹੈ ਤੇ ਪਾਣੀ ਉਹਦੇ ਵਿੱਚ ਪ੍ਰਵੇਸ਼ ਨਹੀਂ ਕਰਦਾ, ਭਾਵੇਂ 100 ਸਾਲ ਪੱਥਰ ਪਾਣੀ ਵਿੱਚ ਪਿਆ ਹੋਵੇ, ਜਿੱਦਣ ਹਥੌੜਾ ਮਾਰੋਗੇ ਉਦਣ ਉਹਦੇ ਵਿੱਚੋਂ ਚੰਗਿਆੜੇ ਨਿਕਲਣਗੇ। ਕਈਆਂ ਦੇ ਹਿਰਦੇ ਐਸੇ ਵੀ ਹੁੰਦੇ ਆ, ਕਥਾ ਭਾਵੇਂ ਰੋਜ਼ ਸੁਣਨ ਪਰ ਉਹਨਾਂ ਦੇ ਅੰਦਰੋਂ ਅਗਨੀ ਨਹੀਂ ਜਾਂਦੀ ਵਿਕਾਰਾਂ ਦੀ। ਇੱਕ ਬਚਨ ਹੋਰ ਵੀ ਕਿਹਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ, ਸੁਆਣ ਪੂਛ ਜਿਉਂ ਭਾਵੇਂ ਭਇਓ ਨਾ ਸੂਧੋ, ਲੱਖ ਯਤਨ ਮੈਂ ਕੀਨੋ। ਕਹਿੰਦੇ ਕੁੱਤੇ ਦੀ ਪੂਛ ਸਿੱਧੀ ਨਹੀਂ ਹੋਈ, ਮੈਂ ਲੱਖਾਂ ਯਤਨ ਕਰ ਲਏ। ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ। ਸਿਆਣੇ ਕਹਿੰਦੇ ਸੀ 12 ਸਾਲ ਵੰਝਲੀ 'ਚ ਪਾ ਕਰਕੇ ਰੱਖ ਛੱਡੀ, ਪਰ ਜਿੱਦਣ ਵੰਝਲੀ 'ਚੋਂ ਬਾਹਰ ਕੱਢੀ ਫਿਰ ਉੱਥੇ ਦੀ ਉੱਥੇ। ਐਸੇ ਲੋਕ ਵੀ ਦੁਨੀਆ 'ਤੇ ਆਏ ਜਿਹੜੇ ਕੁੱਤੇ ਦੀ ਪੂਛ ਵਰਗੇ ਨੇ, ਭਾਵੇਂ ਰੋਜ਼ ਗੁਰਦੁਆਰੇ ਆਉਂਦੇ ਨੇ, ਪਰ ਕੁੱਤੇ ਦੀ ਪੂਛ ਵਾਲਾ ਹਾਲ ਸਿੱਧਾ ਨਹੀਂ ਹੁੰਦਾ ਉਹਨਾਂ ਦਾ ਜੀਵਨ, ਉੱਥੇ ਹੀ ਖੜਾ। ਕਿਉਂਕਿ ਮੈਂ ਗੁਰਬਾਣੀ ਤੋਂ ਬਾਹਰ ਕੋਈ ਬਚਨ ਨਹੀਂ ਕਰਨਾ, ਇਹ ਪਾਵਨ ਗੁਰਬਾਣੀ ਦੇ ਬਚਨ ਨੇ। ਸੋ ਰਾਹੋ ਵਿਚਾਰ, ਪ੍ਰਹਿਲਾਦ ਭਗਤ ਦਾ ਮਨ ਹੋਰ ਪੱਕਾ ਹੋ ਗਿਆ, ਸਿਮਰਨ ਅਭਿਆਸ ਵਿੱਚ ਜੁੜ ਗਿਆ। ਹੁਣ ਪਿਤਾ ਵੈਰੀ ਬਣ ਗਿਆ, ਵੈਰੀ ਬਣ ਗਿਆ। ਅੱਜ ਕਿਹਾ ਜਾਂਦਾ ਕਈ ਵਾਰ ਪੁੱਤ ਕਪੁੱਤ ਹੋ ਜਾਂਦੇ ਨੇ, ਮਾਪੇ ਕੁਮਾਪੇ ਨਹੀਂ ਹੁੰਦੇ। ਮੈਂ ਕਹਿੰਦਾ ਗੁਰਬਾਣੀ 'ਚ ਲਿਖਿਆ ਕਈ ਮਾਪੇ ਵੀ ਕੁਮਾਪੇ ਬਣ ਜਾਂਦੇ। ਇਹ ਕਲਯੁਗ ਦਾ ਸਮਾਂ ਤੇ ਹੁਣ ਬਹੁਤ ਉੱਪਰ ਚਲਾ ਗਿਆ। ਪਹਿਲਾਂ ਵੀ ਐਸੇ ਹਾਲਾਤ ਬਣਦੇ ਰਹੇ, ਮਾਪੇ ਕੁਮਾਪੇ ਵੀ ਬਣ ਜਾਂਦੇ। ਹਰਨਾਕਸ਼ ਮਾਪੇ ਹੀ ਸੀ, ਪਿਓ ਸੀ ਸਕਾ ਜਿਹੜਾ ਆਪਣੇ ਪੁੱਤਰ ਨੂੰ ਮਾਰਨ ਵਾਸਤੇ ਤਿਆਰ। ਤੇ ਗਲਤੀ ਕੀ ਹੈ? ਮੇਰਾ ਨਾਮ ਨਹੀਂ ਜਪਦਾ, ਰੱਬ ਦਾ ਜਪਦਾ। ਗਲਤੀ ਤਾਂ ਕੋਈ ਨਹੀਂ। ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਪ੍ਰਹਿਲਾਦ ਭਗਤ ਨੂੰ ਮਾਰਨ ਵਾਸਤੇ ਉਸਨੇ ਕਈ ਯਤਨ ਕੀਤੇ। ਗੁਰਬਾਣੀ ਵਿੱਚ ਲਿਖਿਆ ਹੋਇਆ ਹੈ ਕਿ ਪ੍ਰਹਿਲਾਦ ਭਗਤ ਨੂੰ ਮਾਰਨ ਵਾਸਤੇ ਪਹਾੜ ਤੋਂ ਥੱਲੇ ਸੁੱਟਿਆ ਗਿਆ, ਪਰ ਪਰਮੇਸ਼ਰ ਨੇ ਰੱਖਿਆ ਕੀਤੀ। ਪ੍ਰਹਿਲਾਦ ਭਗਤ ਨੂੰ ਮਾਰਨ ਵਾਸਤੇ ਪਾਣੀ ਵਿੱਚ ਡੋਬਿਆ ਗਿਆ, ਫਿਰ ਵੀ ਰੱਬ ਨੇ ਰੱਖਿਆ ਕੀਤੀ। ਅੱਗ ਵਿੱਚ ਸਾੜਨ ਦਾ ਯਤਨ ਕੀਤਾ ਗਿਆ, ਸੋ ਫਿਰ ਵੀ ਰੱਖਿਆ ਕੀਤੀ ਪਰਮੇਸ਼ਰ ਨੇ।
ਭਾਈ ਗੁਰਦਾਸ ਜੀ ਲਿਖਦੇ ਨੇ, ਜਲ ਅਗਨੀ ਵਿੱਚ ਘੱਤਿਆ ਜਲੈ ਨ ਡੁੱਬੈ ਗੁਰ ਪ੍ਰਸਾਦ। ਕਹਿੰਦੇ ਜਲ ਵਿੱਚ ਸੁੱਟਿਆ, ਅੱਗ ਵਿੱਚ ਸੁੱਟਿਆ, ਪਰ ਗੁਰੂ ਦੀ ਕਿਰਪਾ ਨਾਲ ਪ੍ਰਹਿਲਾਦ ਭਗਤ ਨਾ ਸੜਿਆ ਤੇ ਨਾ ਡੁੱਬਿਆ। ਹੁਣ ਆਪਾਂ ਉਸ ਵੱਲ ਆ ਜਾਈਏ ਜਿਹੜਾ ਦਿਹਾੜਾ ਹੈ। ਹੋਲੀ ਕਿੱਥੋਂ ਚੱਲੀ? ਕਿਉਂਕਿ ਆਪਾਂ ਉੱਥੇ ਚੱਲਣਾ, ਉਹਦਾ ਭਗਤ ਪ੍ਰਹਿਲਾਦ ਨਾਲ ਸੰਬੰਧ ਹੈ। ਹੁਣ ਜਦੋਂ ਭਗਤ ਪ੍ਰਹਿਲਾਦ ਨੂੰ ਸਾੜਨ ਦਾ ਯਤਨ ਕੀਤਾ ਗਿਆ, ਇਤਿਹਾਸਕਾਰ ਲਿਖਦੇ ਨੇ ਕਿ ਹਰਨਾਕਸ਼ ਦੀ ਇੱਕ ਭੈਣ ਸੀ ਜੋ ਪ੍ਰਹਿਲਾਦ ਭਗਤ ਦੀ ਭੂਆ ਲੱਗਦੀ ਸੀ। ਉਹਦਾ ਨਾਂ ਸੀ ਹੋਲਕਾ। ਦੋ ਨਾਂ ਉਹਦੇ ਆਉਂਦੇ, ਇੱਕ ਹੋਲਕਾ, ਇੱਕ ਢੁੰਡਾ ਕਰਕੇ ਉਹਦਾ ਨਾਂ ਵੀ ਇਤਿਹਾਸਕਾਰਾਂ ਨੇ ਲਿਖਿਆ। ਕਹਿੰਦੇ ਨੇ, ਇਤਿਹਾਸਕਾਰ ਲਿਖਦੇ ਨੇ ਕਿ ਜਿਹੜੀ ਹੋਲਕਾ ਸੀ ਉਹਨੇ ਤਪ ਕੀਤਾ ਤੇ ਬ੍ਰਹਮੇ ਦੇ ਕੋਲੋਂ ਉਹਨੂੰ ਇੱਕ ਚਾਦਰ ਮਿਲੀ ਸੀ ਕਿ ਜੇ ਮੈਂ ਉੱਪਰ ਲਪੇਟ ਕਰਕੇ ਅੱਗ ਵਿੱਚ ਬੈਠ ਜਾਵਾਂ ਤੇ ਅੱਗ ਵੀ ਨਹੀਂ ਸੀ ਉਹਨੂੰ ਸਾੜਦੀ। ਕਹਿੰਦੇ ਨੇ ਉਸ ਨੇ ਆਖਿਆ ਆਪਣੇ ਭਰਾ ਨੂੰ ਕਿ ਭਰਾਤਾ ਜੀ, ਪ੍ਰਹਿਲਾਦ ਨੂੰ ਮਾਰਨਾ ਕਿੰਨਾ ਕੁ ਔਖਾ ਹੈ, ਮੈਨੂੰ ਤਾਂ ਵਰ ਹੈ ਅੱਗ ਦੇ ਵਿੱਚ ਅੱਗ ਵੀ ਨਹੀਂ ਸਾੜੇਗੀ, ਮੈਂ ਇਹਨੂੰ ਬੁੱਕਲ ਵਿੱਚ ਲੈ ਕਰਕੇ ਅੱਗ ਵਿੱਚ ਬੈਠ ਜਾਵਾਂਗੀ, ਇਹ ਸੜ ਕੇ ਸੁਆਹ ਹੋ ਜਾਵੇਗੀ। ਸੋ ਗੁਰੂ ਪਿਆਰ ਵਾਲਿਓ, ਲੱਕੜਾਂ ਦਾ ਢੇਰ ਲਾਇਆ ਗਿਆ। ਉਸ ਵੇਲੇ ਉਹਦੇ ਉੱਪਰ ਜਿਹੜੀ ਹੋਲਕਾ ਸੀ, ਪ੍ਰਹਿਲਾਦ ਨੂੰ ਨਾਲ ਲੈ ਕਰਕੇ ਬੈਠ ਗਏ, ਅੱਗ ਲਾ ਦਿੱਤੀ ਗਈ। ਪਰ ਪ੍ਰਹਿਲਾਦ ਭਗਤ ਦੇ ਮਨ ਵਿੱਚ ਕੋਈ ਭੈ ਨਹੀਂ, ਕੋਈ ਡਰ ਨਹੀਂ, ਪਰਮੇਸ਼ਰ ਦੀ ਬੰਦਗੀ ਕਰਦਾ ਪਿਆ ਹੈ। ਪਰਮੇਸ਼ਰ ਨੇ ਐਸਾ ਕੌਤਕ ਰਚਿਆ ਹੈ ਕਿ ਜਿਹੜੀ ਉਹ ਚਾਦਰ ਸੀ ਉੱਡ ਕੇ ਪ੍ਰਹਿਲਾਦ ਭਗਤ ਦੇ ਉੱਪਰ ਪੈ ਗਈ ਤੇ ਜਿਹੜੀ ਹੋਲਕਾ ਸੀ ਉਹ ਸੜ ਕੇ ਸਵਾਹ ਹੋ ਗਈ ਤੇ ਪ੍ਰਹਿਲਾਦ ਭਗਤ ਨੂੰ ਤੱਤੀ ਵਾਹ ਨਾ ਲੱਗੀ। ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸਰਣ ਆਈ, ਚਾਉ ਗਿਰਦ ਹਮਾਰਾ ਰਾਮਕਾਰ, ਦੁੱਖ ਲੱਗਾ ਨਾ ਭਾਈ। ਕਹਿੰਦੇ ਨੇ ਦੁੱਖ ਨਹੀਂ ਲੱਗਣ ਦਿੱਤਾ, ਸੇਕ ਤੱਕ ਨਹੀਂ ਲੱਗਣ ਦਿੱਤਾ। ਜਿਵੇਂ ਬਾਬਾ ਬਿਧੀ ਚੰਦ ਨੂੰ ਬਲ ਦੇ ਭੱਠ ਵਿੱਚ ਪੱਟੀ ਦੀ ਧਰਤੀ ਤੇ ਛੇਵੇਂ ਪਾਤਸ਼ਾਹ ਨੇ ਸੇਕ ਨਹੀਂ ਸੀ ਲੱਗਣ ਦਿੱਤਾ। ਸੋ ਗੁਰੂ ਪਿਆਰ ਵਾਲਿਓ, ਉਹ ਸੜ ਗਈ, ਸੜ ਕੇ ਸੁਆਹ ਹੋ ਗਏ। ਤੇ ਉਸ ਤੋਂ ਥੋੜ੍ਹੇ ਦਿਨ ਬਤੀਤ ਹੋਏ ਤਾਂ ਜਦੋਂ ਬਹੁਤੀ ਅੱਤ ਕਰ ਦਿੱਤੀ, ਹਰਨਾਕਸ਼ ਦੈਂਤ ਨੇ ਮਾਰਨ ਵਾਸਤੇ ਇੱਕ ਥੰਮ ਤਾਇਆ ਹੈ, ਤਪਦਾ ਹੋਇਆ ਥੰਮ, ਜਿਹਦੇ ਕੋਲ ਖਲੋਤਾ ਨਹੀਂ ਜਾਂਦਾ, ਇੰਨਾ ਤੇਜ਼ ਸੇਕ ਹੈ। ਪ੍ਰਹਿਲਾਦ ਭਗਤ ਨੂੰ ਉਸ ਵੇਲੇ ਹਰਨਾਕਸ਼ ਦੈਂਤ ਕਹਿਣ ਲੱਗਾ, ਗੁਰਬਾਣੀ ਵਿੱਚ ਬਚਨ ਹੈ, ਕਾਢ ਖੜਗ ਕਾਲ ਭੈ ਕੋਪਿਓ। ਤਲਵਾਰ ਕੱਢੀ ਮਿਆਨ ਵਿੱਚੋਂ ਤੇ ਕਹਿੰਦੇ ਨੇ ਉਸ ਵੇਲੇ ਮੌਤ ਦਾ ਰੂਪ ਬਣ ਕਰਕੇ ਕ੍ਰੋਧ ਵਿੱਚ ਆਇਆ। ਹਰਨਾਕਸ਼ ਕੀ ਕਹਿੰਦਾ ਹੈ, ਕਾਢ ਖੜਗ ਕਾਲ ਭੈ ਕੋਪਿਓ, ਮੋਹੇ ਬਤਾਓ ਜੋ ਤੁਹੇ ਰਾਖੈ। ਕਹਿੰਦੇ ਮੈਨੂੰ ਦੱਸ ਹੁਣ ਜਿਹੜਾ ਤੈਨੂੰ ਰੱਖਣ ਵਾਲਾ ਕਿਹੜਾ ਮੇਰੇ ਕੋਲ ਬਚਾਉਂਦਾ ਹੈ। ਤੇ ਪੀਤ ਪਤਾੰਬਰ ਤ੍ਰਿਭਵਨ ਧਣੀ, ਥੰਬ ਮਾਹੀ ਹਰ ਭਾਖੈ। ਕਹਿੰਦੇ ਨੇ ਉਹ ਤਿੰਨਾਂ ਲੋਕਾਂ ਦਾ ਮਾਲਕ ਵਾਹਿਗੁਰੂ ਉਸ ਵੇਲੇ ਥੰਬ ਦੇ ਵਿੱਚੋਂ ਬੋਲਿਆ ਹੈ ਕਿ ਮੈਂ ਬਚਾਵਾਂਗਾ। ਥੰਮ ਪਾੜ ਕਰਕੇ ਟੋਟੇ ਹੋ ਗਿਆ, ਉਹਦੇ ਵਿੱਚੋਂ ਨਰਸਿੰਘ ਪਰਮੇਸ਼ਰ ਪੈਦਾ ਹੋਇਆ। ਨਰਸਿੰਘ ਦਾ ਰੂਪ ਧਾਰਨ ਕੀਤਾ। ਨਰਸਿੰਘ ਦਾ ਅਰਥ ਹੁੰਦਾ, ਨਰ ਦਾ ਅਰਥ ਹੈ ਮਨੁੱਖ, ਸਿੰਘ ਦਾ ਅਰਥ ਹੈ ਸ਼ੇਰ। ਅੱਧਾ ਸਰੀਰ ਜਿਹੜਾ ਉਹਦਾ ਸ਼ੇਰ ਦਾ ਸੀ, ਅੱਧਾ ਹਿੱਸਾ ਜਿਹੜਾ ਸੀ ਉਹ ਮਨੁੱਖ ਦਾ ਸੀ। ਕਿਉਂਕਿ ਇਸ ਨੇ ਵਰ ਲਿਆ ਸੀ ਨਾ ਕਿ ਨਾ ਮੈਂ ਮਨੁੱਖ ਦੇ ਹੱਥੋਂ ਮਰਾਂ ਤੇ ਨਾ ਕਿਸੇ ਸ਼ਸਤਰ ਦੇ ਨਾਲ ਮਰਾਂ। ਹੁਣ ਇਹਦੇ ਸਾਰੇ ਵਰ ਵੀ ਪੂਰੇ ਕੀਤੇ। ਜਦੋਂ ਹਰਨਾਕਸ਼ ਨੂੰ ਮਾਰਿਆ ਹੈ, ਨਾ ਉਦੋਂ ਦਿਨ ਸੀ ਤੇ ਨਾ ਉਦੋਂ ਰਾਤ ਸੀ, ਵਿਚਕਾਰਲਾ ਸਮਾਂ ਸੀ। ਇਹਨੇ ਵਰ ਲਿਆ ਸੀ ਨਾ ਦਿਨੇ ਮਰਾਂ ਨਾ ਰਾਤ ਮਰਾਂ। ਤੇ ਦੂਜਾ ਵਰ ਲਿਆ ਸੀ ਵੀ ਨਾ ਅੰਦਰ ਮਰਾਂ ਨਾ ਬਾਹਰ ਮਰਾਂ। ਤੇ ਉਸ ਵੇਲੇ ਦਰਵਾਜ਼ੇ ਦੀ ਦਲੀਜ ਤੇ ਰੱਖਿਆ, ਨਾ ਅੰਦਰ ਹੈ ਨਾ ਬਾਹਰ ਹੈ। ਤੀਜਾ ਬਚਨ ਸੀ ਨਾ ਉੱਪਰ ਮਰਾਂ ਨਾ ਥੱਲੇ ਮਰਾਂ, ਤੇ ਆਪਣੇ ਪੱਟਾਂ ਤੇ ਰੱਖਿਆ, ਨਾ ਉੱਪੇ ਤੇ ਨਾ ਥੱਲੇ। ਤੇ ਚੌਥਾ ਬਚਨ ਸੀ ਗੁਰੂ ਪਿਆਰ ਵਾਲਿਓ, ਨਾ ਕਿਸੇ ਮਨੁੱਖ ਦੇ ਹੱਥੋਂ ਮਰਾਂ। ਮਨੁੱਖ ਤੇ ਐਸਾ ਹੁੰਦਾ ਹੀ ਨਹੀਂਗਾ ਵੀ ਜਿਹਦਾ ਅੱਧਾ ਸਰੂਪ ਜਿਹੜਾ ਸ਼ੇਰ ਦਾ ਹੋਵੇ ਤੇ ਅੱਧਾ ਮਨੁੱਖ ਦਾ ਹੋਵੇ। ਇਹੋ ਜਿਹਾ ਮਨੁੱਖ ਤੇ ਤੁਸੀਂ ਵੇਖਿਆ ਨਹੀਂ। ਇਹ ਪਰਮੇਸ਼ਰ ਨੇ ਸਿਰਫ ਇੱਕ ਵਾਰ ਹੀ ਐਸਾ ਸਰੂਪ ਧਾਰਨ ਕੀਤਾ ਹੈ। ਤੇ ਅਗਲਾ ਬਚਨ ਸੀ ਨਾ ਕਿਸੇ ਸ਼ਸਤਰ ਦੇ ਨਾਲ ਮਰਾਂ। ਪੱਟਾਂ ਤੇ ਰੱਖ ਕਰਕੇ ਨਰਸਿੰਘ ਦੇ ਰੂਪ ਵਿੱਚ ਪਰਮੇਸ਼ਰ ਨੇ ਛਾਤੀ ਵਿੱਚ ਨਹੁੰ ਖਭੋ ਕਰਕੇ ਤੇ ਨਹੁੰਾਂ ਦੇ ਨਾਲ ਛਾਤੀ ਪਾੜ ਕਰਕੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਹਰਨਾਕਸ਼ ਦੁਸ਼ਟ ਨੂੰ ਮਾਰਿਆ ਤੇ ਪ੍ਰਹਿਲਾਦ ਭਗਤ ਨੂੰ ਤਾਰਨਾ ਕੀਤਾ ਹੈ। ਹੁਣ ਥੋੜ੍ਹੇ ਦਿਨ ਪਹਿਲਾਂ ਹੋਲਕਾ ਮਰੀ ਸੀ ਤੇ ਥੋੜ੍ਹੇ ਦਿਨ ਬਾਅਦ ਗੁਰੂ ਪਿਆਰ ਵਾਲਿਓ ਹਰਨਾਕਸ਼ ਮਰ ਗਿਆ ਤੇ ਪ੍ਰਹਿਲਾਦ ਭਗਤ ਦੀ ਰੱਖਿਆ ਕੀਤੀ। ਉਸ ਦਿਨ ਤੋਂ
ये होली जिहड़ी है होलका दे नां तो शुरू हुई कि जिस दिन होलका मरी सी ना, उस दिन तो लै करके हरनाक्ष दे मरण तक जिहड़े 5-7 दिन ने, इन्हां नूं होलियां कहा जाता है। उन्ने दिन सो उदों लोग सुआह उडाउंदे सी होलकां दा, होलकां दी सुआह उडाउंदे हुंदे सी कि इन्हें किड्डा माड़ा कर्म कीता है, रब दे प्यारे नूं मारन दा यतन कीता है। उदों सुआहां दीआं मुट्ठां भर भर एक दूजे ते सुੱਟਦੇ सी, पर रब दे प्यारे ऋषियां मुनियां ने सोचिया ये काम चंगा नहीं लगता एक दूजे ते सुआह पाउणी। फिर उन्हां ने इस नूं एक रंग दा रूप दिता, एक दूजे उत्ते रंग पाउणे शुरू कर दिते। उतों ये थोड़ा जिहा चेंज हो गया, पर असल विच ये दिहाड़ा जिहड़ा है ये गुरु प्यार वालियो नेकी ते बदी दोनां दा है। भाव के बदी हार गई है ते नेकी जित्ती है, झूठ हारिया है ते सच जितया है, दुष्ट मारिया है ते रब दा प्यारा जितया है। ये इस नूं दर्शाउंदा है कि जे रब नाल जुड़ जावांगे ते साडा जिहड़ा है वो बचाव होवेगा, ते जिहड़ा रब दे उल्ट होवेगा उहदा नाश होवेगा। हुण अज ये दिहाड़ा मनाउंदियां होइयां कई लोग आपा खो बैठदे ने, जिथे रंग पाए जांदे ने उत्थे एक दूजे दे उपर गंदगी भी सुट्टी जांदी है। तुसीं वेखिया होवेगा, मैं तो अखां नाल वेखिया। सो गुरु प्यार वालियो कई बार खेडदियां होइयां होली ते अपना दिमाग दा तवज्जो नहीं खो बैठदे ने, एक दूजे उपर गंदगी पाउंदे ने। हुण की सिखां ने ऐसा कर्म करना है? नहीं, सिखां ने रंगां दी होली नहीं खेडनी, बाहर दे रंग नहीं। सतगुरां ने आख्या कि जे रंग ही लाउणा ही तां परमेश्वर दे नाम दा रंग अपने जीवन विच लाउणा कर। चलो एक शब्द गुरबाणी का तुहानूं सरवण करवावां। पातशाह ने उहदे विच होली का जिक्र किया। पंजवें पातशाह का शब्द है बसंत राग दे विच। पातशाह किरपा करदे ने, अखरी अर्थ मैं करांगा, लमेरा नहीं करांगा। पातशाह किरपा करदे ने, गुर सेवाओं कर नमस्कार। मैं गुरु की सेवा करदा हाँ ते गुरु अगे मत्था टेकदा हाँ। आज हमारा मंगलचार गुरु की सेवा करके, गुरु अगे मत्था टेकण करके अज साडी जिंदगी विच खुशियां आईयां ने, अज साडी जिंदगी विच आनंद आए ने। आज हमारा सदा आनंद, अज साडे घर विच, साडे हिरदे रूपी घर विच सदा वास्ते आनंद है। लथी चिंत भेटे गोविंद, परमेश्वर दे मिलाप नाल सारियां चिंतावां दूर हो गईयां ने। आज हमारा गृह बसंत, आ बसंत दी रुत अज संपूर्ण हो गई है। ध्यान देना गुरु प्यार वालियो, बसंत राग की अज संपूर्णता हो गई है। तो बसंत की रुत जिहड़ी जदों आउंदी है, आपां जाणदे कि पत झड़ तो बाद बसंत आउंदी है। पहले पुराने पत्ते झड़ जाते हैं, फिर नवें पत्ते पैदा होंदे ने अते फुल्लां दा खेड़ा पैदा हुंदा है। बसंत की रुत विच रंगां रंगां दे फुੱਲ खिड़दे ने। जिवें भट्ट लिखदे ने, घन हर बूंद बसो रोमावल, कुसम बसंत गणंत न आवे। कुसम का अर्थ है फुੱਲ, बसंत का अर्थ है बसंत। कहंदे बसंत की रुत विच जिहड़े रंगां रंगां दे फुੱਲ खिड़दे ने, उन्हां दी गिणती नहीं आउंदी किन्ने को फुੱਲ खिड़े। वो फुੱਲਾਂ विचों सुगंधी आउंदी है। पर पातशाह कहंदे ने, ये तां बाहर दे फुੱਲ खिड़े तूं वेखदा है। ऐ सिखा, ऐ जीव, आ तैनूं मैं वो रस्ता दसां, तेरे अंदर भी बसंत आ सकती है। आज हमारा गृह बसंत, अज साडे हिरदे रूपी घर विच खेड़ा है। किन्ने चिर वास्ते? बसंत तो आई सी 2 महीनों वास्ते, 2 महीने फुੱਲ खिड़े, बसंत खत्म हो गई। पर जिहड़ा नाम का खेड़ा है, जिहड़ी नाम ने, गुरबाणी ने, सेवा ने, गुरु के हुक्म ने, सत संगत ने तेरे अंदर बसंत लियांदी है। पातशाह कहंदे ने, वो बसंत जिहड़ी है वो सदीवी तौर पर है। नानक भगतां सदा विगास, सुनिया दुख पाप का नाश। कहंदे भगतां दे हिरदे विच सदा विगास, विगास का अर्थ खेड़ा, सदा ही खेड़ा रहिंदा है, सदा आनंद रहिंदा है। बसंत की रुत विच खिड़े होए फुੱਲ किते गड़े पै जाण, बारिश तेज हो जावे, हवा तेज वगे ते वो फुੱਲ मुरझा जांदे ने, झड़ जाते ने, टुट जाते ने। पर पातशाह कहंदे जिहड़ा अंदर दा खेड़ा है, सिख आरे नाल चीरिया जावे ते तां वी वो दूर नहीं हुंदा। सिख दा बंद भी कटिया जावे ते अंदरले खिड़े हुए फुੱਲ कदी मुरझाउंदे नहीं गे। आज हमारा गृह बसंत। पातशाह दा बचन पढ़ते हाँ,
ਪਾਵਨ ਬਾਣੀ ਦਾ ਬਚਨ ਹੈ। ਨਾਨਕ ਤਿਨਾ ਬਸੰਤ ਹੈ, ਜਿਨ ਘਰ ਵਸਿਆ ਕੰਤ। ਤਿਨਾਂ ਵਾਸਤੇ ਸਦਾ ਬਸੰਤ ਹੈ, ਸਦਾ ਖੇੜਾ ਹੈ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਪਰਮੇਸ਼ਰ ਰੂਪੀ ਪਤੀ ਵਸ ਗਿਆ ਹੈ। ਜਿਨਕੇ ਕੰਤ ਦਿਸਾਪੁਰੀ ਸੇ ਅਹਨਸ ਫਿਰਹਿ ਜਲੰਤ। ਪਰ ਜਿਨ੍ਹਾਂ ਦੇ ਕੰਤ ਪਤੀ ਪਰਮੇਸ਼ਰ ਹਿਰਦੇ ਵਿੱਚ ਨਹੀਂ ਵਸਿਆ, ਕਹਿੰਦੇ ਉਹ ਤਾਂ ਰਾਤ ਦਿਨ ਵਿਕਾਰਾਂ ਦੀ ਅੱਗ ਵਿੱਚ ਸੜਦੇ ਰਹਿੰਦੇ ਨੇ। ਸੋ ਗੁਰੂ ਪਿਆਰ ਵਾਲਿਓ, ਆਜ ਹਮਾਰਾ ਗ੍ਰਹਿ ਬਸੰਤ, ਗੁਣ ਗਾਏ ਪ੍ਰਭ ਤੁਮ ਬੇਅੰਤ। ਬੇਅੰਤ ਪ੍ਰਭੂ ਦੇ ਗੁਣਾਂ ਨੂੰ ਗਾਉਣ ਕਰਕੇ ਅੰਦਰ ਖੇੜਾ ਆਇਆ ਹੈ। ਆਜ ਹਮਾਰਾ ਬਣੇ ਫਾਗ, ਮਾਰੇ ਕਹਿੰਦੇ ਅੱਜ ਸਾਡੇ ਘਰ ਵਿੱਚ ਫਾਗ ਬਣੀ। ਫਾਗ ਦਾ ਅਰਥ ਹੈ ਫੱਗਣ ਮਹੀਨਾ, ਤੇ ਫੱਗਣ ਦੇ ਮਹੀਨੇ ਵਿੱਚ ਆਉਂਦੀ ਹੈ ਹੋਲੀ। ਕਹਿੰਦੇ ਅੱਜ ਸਾਡੇ ਅੰਦਰ ਇੱਕ ਹੋਲੀ ਬਣੀ ਹੈ। ਉਹ ਹੋਲੀ ਕਿਵੇਂ ਖੇਡੀ ਦੀ ਹੈ? ਆਜ ਹਮਾਰਾ ਬਣੇ ਫਾਗ, ਪ੍ਰਭ ਸੰਗੀ ਮਿਲ ਖੇਲਣ ਲਾਗ। ਕਹਿੰਦੇ ਪ੍ਰਭੂ ਦੇ ਪਿਆਰਿਆਂ ਨਾਲ ਮਿਲ ਕਰਕੇ ਜਿਹੜਾ ਨਾਮ ਜਪਣਾ ਹੈ, ਇਹੀ ਉਸ ਹੋਲੀ ਦਾ ਖੇਡਣਾ ਹੈ। ਹੋਲੀ ਕੀਨੀ ਸੰਤ ਸੇਵ, ਰੱਬ ਦੇ ਪਿਆਰਿਆਂ ਦੀ ਸੇਵਾ ਕਰਨੀ, ਇਹ ਅਸੀਂ ਹੋਲੀ ਖੇਡੀ ਹੈ। ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਲਾਲ ਦਾ ਅਰਥ ਹੁੰਦਾ ਗੂੜਾ। ਕਹਿੰਦੇ ਗੂੜਾ ਪ੍ਰੇਮ ਦਾ ਅੰਦਰ ਨਾਮ ਦਾ ਰੰਗ ਚੜਿਆ ਹੈ। ਕਿਉਂਕਿ ਜਾ ਕੋ ਹਰ ਰੰਗ ਲਾਗੂ ਇਸ ਜੁਗਮ ਹੈ, ਸੋ ਕਹੀਅਤ ਹੈ ਸੂਰਾ। ਆਤਮ ਜਿਨ੍ਹਾਂ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਰੰਗ ਚੜ ਜਾਵੇ ਇਸ ਭਿਆਨਕ ਸਮੇਂ ਅੰਦਰ, ਪਾਤਸ਼ਾਹ ਕਹਿੰਦੇ ਨੇ ਉਹ ਵੀ ਸੂਰਮਾ ਹੀ ਹੈ ਜਿਹਦੇ ਅੰਦਰ ਨਾਮ ਦਾ ਰੰਗ ਚੜਿਆ ਹੋਇਆ। ਹੁਣ ਤੇ ਬੜੇ ਰੰਗ ਚੜੇ ਹੋਏ ਹੈ। ਕਿਸੇ ਅੰਦਰ ਕਾਮ ਦਾ ਰੰਗ, ਕਿਸੇ ਅੰਦਰ ਕ੍ਰੋਧ ਦਾ ਰੰਗ, ਕਿਸੇ ਅੰਦਰ ਲੋਭ ਦਾ ਰੰਗ ਹੈ, ਕਿਸੇ ਅੰਦਰ ਮੋਹ ਦਾ ਰੰਗ ਹੈ, ਤੇ ਕਿਸੇ ਦੇ ਅੰਦਰ ਗੁਰੂ ਪਿਆਰ ਵਾਲਿਓ ਹੰਕਾਰ ਦਾ ਰੰਗ ਹੈ। ਕਿਸੇ ਦੇ ਅੰਦਰ ਖਾਣ ਪੀਣ ਦਾ ਰੰਗ ਚੜਿਆ ਹੈ, ਕਿਸੇ ਨੂੰ ਸੌਣ ਦਾ ਰੰਗ ਚੜਿਆ ਹੈ, ਕਿਸੇ ਨੂੰ ਨਸ਼ਿਆਂ ਦਾ ਰੰਗ ਚੜਿਆ ਹੈ। ਇਹ ਨਸ਼ਿਆਂ ਦੇ ਰੰਗ ਬਹੁਤਾ ਚਿਰ ਰਹਿਣ ਵਾਲੇ ਨਹੀਂ। ਜਿਵੇਂ ਅਸੀਂ ਬਚਨ ਪੜ੍ਹਦੇ ਇਤਿਹਾਸਕ, ਪੋਸਤ ਮਦਰਾ ਭੰਗ ਫੀਮ ਉਤਰ ਜਾਤ ਪ੍ਰਭਾਤ। ਕਿਸੇ ਨੇ ਪੋਸਤ ਖਾਧਾ ਹੋਵੇਗਾ, ਕਹਿੰਦੇ ਕਿਸੇ ਨੇ ਸ਼ਰਾਬ ਪੀਤੀ, ਕਿਸੇ ਨੇ ਭੰਗ ਪੀਤੀ, ਕਿਸੇ ਨੇ ਅਫੀਮ ਖਾਧੀ। ਕਹਿੰਦੇ ਰਾਤ ਖਾਧੀ ਤੇ ਸਵੇਰ ਨੂੰ ਉਤਰ ਗਈ। ਪੋਸਤ ਮਦਰਾ ਭੰਗ ਫੀਮ ਉਤਰ ਜਾਤ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਕਹਿੰਦੇ ਇਹ ਤਾਂ ਰਾਤ ਦੇ ਖਾਧੇ ਹੋਏ ਦਿਨ ਨੂੰ ਨਸ਼ਿਆਂ ਦੀ ਤਾਕਤ ਮੁੱਕ ਗਈ। ਇਹਨਾਂ ਨੇ ਜੀਵਨ ਵਿਗਾੜਨਾ, ਫਿਰ ਖਾਣ ਵਾਸਤੇ ਤਿਆਰੀ ਕਰਨੀ ਪੈਣੀ ਹੈ। ਪਰ ਕਹਿੰਦੇ ਜਿਹੜਾ ਪਰਮੇਸ਼ਰ ਦੇ ਨਾਮ ਦਾ ਨਸ਼ਾ ਹੈ ਨਾ, ਜਿਹੜਾ ਪਰਮੇਸ਼ਰ ਦੇ ਨਾਮ ਦਾ ਰੰਗ ਹੈ, ਉਹ ਰਾਤ ਦਿਨ ਚੜਿਆ ਰਹਿੰਦਾ, ਕਦੇ ਉਤਰਦਾ ਨਹੀਂ। ਸੋ ਗੁਰੂ ਪਿਆਰ ਵਾਲਿਓ, ਕਈਆਂ ਦੇ ਅੰਦਰ ਤਾਂ ਗੰਦਗੀ ਭਰ ਜਾਂਦੀ ਹੈ, ਗੰਦਗੀ ਨਾਲ ਅੰਦਰ ਭਰਿਆ ਹੋਇਆ। ਤੁਸੀਂ ਆਖੋਗੇ ਇਹ ਕਿਵੇਂ ਪਤਾ ਲੱਗੇਗਾ ਵੀ ਫਲਾਣੇ ਦੇ ਅੰਦਰ ਗੰਦਗੀ ਹੈ ਤੇ ਫਲਾਣੇ ਦੇ ਅੰਦਰ ਚੰਗਿਆਈ ਹੈ? ਕਿਉਂਕਿ ਗੁਰੂ ਪਿਆਰ ਵਾਲਿਓ, ਧਰਤੀ ਵਿੱਚ ਜਿਹੜਾ ਬੀਜ ਬੀਜੀਏ ਉਸ ਬੀਜ ਤੋਂ ਪਤਾ ਲੱਗ ਜਾਂਦਾ ਹੈ ਕਿ ਬਾਹਰ ਪੱਤਿਆਂ ਤੋਂ ਪਤਾ ਲੱਗ ਜਾਂਦਾ ਹੈ ਕਿ ਥੱਲੇ ਧਰਤੀ ਵਿੱਚ ਕਿਹੜਾ ਬੀਜ ਬੀਜਿਆ ਹੋਇਆ। ਜੇ ਆਪਾਂ ਕਣਕ ਬੀਜੀ ਹੈ, ਭਾਵੇਂ ਆਪਣੇ ਸਾਹਮਣੇ ਕਿਸੇ ਨੇ ਨਹੀਂ ਬੀਜੀ, ਪਰ ਜਿੱਦਣ ਉੱਗੇਗੀ ਉਦਣ ਤਾਂ ਆਪਾਂ ਨੂੰ ਪਤਾ ਲੱਗ ਜਾਣਾ ਕਿ ਹਾਂ ਇਹ ਕਣਕ ਹੀ ਹੈ, ਭਾਵੇਂ ਆਪਣੇ ਸਾਹਮਣੇ ਨਹੀਂ ਬੀਜੀ। ਇਸੇ ਤਰ੍ਹਾਂ ਜਿਹੜੀ ਗੰਦਗੀ ਹੈ ਜੀਵ ਦੇ ਅੰਦਰ, ਭਾਵੇਂ ਉਹ ਆਪਾਂ ਨੂੰ ਵਿਖਾਉਂਦਾ ਨਹੀਂ, ਪਰ ਜਿੱਦਣ ਉਸ ਗੰਦਗੀ ਨੇ ਨਿਕਲਣਾ ਹੈ, ਉਹਦੇ ਬੋਲਾਂ ਵਿੱਚੋਂ ਨਿਕਲ ਆਉਣਾ, ਪਤਾ ਲੱਗ ਜਾਣਾ ਹੈ ਜਦੋਂ ਉਹ ਗੰਦ ਬੋਲੇਗਾ ਨਾ। ਤੇ ਕਿਉਂਕਿ ਇਹ ਦੁਨੀਆ ਦਾ ਸੰਬੰਧ ਹੀ ਐਸਾ, ਮਹਾਰਾਜ ਬਚਨ ਕਰਦੇ ਨੇ, ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਜਿਚਨ ਪਹਿਨਣ ਖਾਵਣੇ ਤਿਚਰ ਰੱਖਣ ਗੰਢ, ਜਿਤ ਦਿਨ ਕਿਛੂ ਨਾ ਹੋਵਈ ਤਿਤ ਦਿਨ ਬੋਲਣ ਗੰਧ। ਕਹਿੰਦੇ ਮਨਮੁੱਖਾਂ ਦੀ ਦੋਸਤੀ ਐਸੀ ਹੈ, ਜਿੰਨਾ ਚਿਰ ਸਤਿਕਾਰ ਮਿਲਦਾ ਹੈ, ਪਹਿਨਣ ਵਾਸਤੇ ਵਸਤਰ ਤੇ ਖਾਣ ਵਾਸਤੇ ਭੋਜਨ ਮਿਲਦੇ ਨੇ, ਉਹਨਾਂ ਚਿਰ ਤਾਂ ਸਤਿਕਾਰ ਕਰਨਗੇ। ਪਰ ਜਿਸ ਦਿਨ ਉਹਨਾਂ ਦਾ ਕੋਈ ਕਾਰਜ ਨਾ ਹੋਇਆ, ਕਹਿੰਦੇ ਉਸ ਦਿਨ ਫਿਰ ਗੰਦ ਬੋਲਣ ਲੱਗ ਪੈਣਗੇ। ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਜੋ ਅੰਦਰ ਗੰਦਗੀ ਹੈ ਉਹ ਬਾਹਰ ਪ੍ਰਗਟ ਹੋਵੇਗੀ। ਜਿਵੇਂ ਪਾਵਨ ਬਾਣੀ ਦਾ ਬਚਨ ਤੁਹਾਨੂੰ ਸੁਣਾ ਦੇਵਾਂ, ਆਸਾ ਕੀ ਵਾਰ ਦਾ ਬਚਨ ਹੈ। ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜੋ ਜੀਏ ਹੋਏ ਸੋ ਉਗਵੈ। ਕਹਿੰਦੇ ਜੋ ਸਾਡੇ ਅੰਦਰ ਹੈ ਉਹ ਬਾਹਰ ਆਵੇਗਾ। ਜੋ ਜੀਏ ਹੋਏ ਸੋ ਉਗਵੈ ਤੇ ਮੋਹ ਕਾ ਕਹਿਆ ਵਾਓ। ਕਹਿੰਦੇ ਜੋ ਅੰਦਰ ਹੈ ਉਹ ਉੱਗੇਗਾ
पता लग जाएगा कि ये गुरु घर आउंदियां नूं 5 साल हो गए, 10 साल हो गए, पर जे मन विचों गंदगी नहीं गई, जे बोलां विचों गंद बोलना नहीं गया, तो मुआफ़ करियो फिर वो गुरद्वारे किसी होर भावना नाल आउंदा होवेगा, सिੱਖੀ दी भावना लैके नहीं आउंदा होवेगा, जे जीवन विचों गंदगी नहीं गई। क्योंकि ऐसे मैं आप वेखे है। कल एक माई इत्थे रौला पाउण लई सी, बड़ा गंद बोलण लई सी। मैनूं बड़ा दुख लगा भी की गल, जे तेरी किसी नाल लड़ाई झगड़ा है तो बह के गल कर ला उहदे नाल। पर मैनूं बड़ी हैरानगी हुई। तो तुसीं भी सुनिया होवेगा, मैं क्लास लाई सी उदों, तो पता नहीं वो माई किहदे नाल लड़दी पई सी, ते गुरु प्यार वाले बड़े गंदे बोल इत्थे गुरद्वारे 'च बोलदी पई सी। मैं हैरान होया भी इंना समा हो गया गुरद्वारे आउंदियां, रोज़ तड़के 4 वजे आ जांदी माई ते सेवा करदी है, बाणी पढ़दी है, कथा सुनदी है, गंदगी फिर भी उस तरह ही अंदर, अजे भी गंद निकलिया नहीं। हैरानगी की गल है। सो गुरु प्यार वाले गुरु घर विच तां जिहड़ा गंद पाउंदा है उहनूं रोकना है, कि जे असीं आप गंदगी वाले बोल बोलांगे तो फिर असीं किस नूं की रोकांगे। ध्यान देना, ये समझण दी लोड़ है। रहो विचार, मैं इस विषय वल ना जावां। पातशाह कहंदे होली कीनी संत सेव, रंग लागा अत लाल देव। ये गंदगी दा रंग ना ला अपने जीवन नूं, ये भैड़े रंगां विच जीवन नूं ना रंग। जे तू रंगना है तो उस परमेश्वर के नाम दे विच रंगना कर इस जीवन नूं, तां ये असली रंग जिहड़ा तेरे जीवन नूं लगेगा। सो गुरु प्यार वालिओ, सिख ने होली मनाउणी है ते अंदरले नूं रंगना है, भाव अपने मन नूं, अपने जीवन नूं नाम दे रंग विच रंगना है। बाहरले रंगां विच खचत करके अपना जीवन विगाड़ना नहीं। चलो जे मैं रंगां दी गल करां तो होर बड़ा विस्तार है, पर मैं इत्थे संकोच देवां। हुण होला महल्ला किवें बणिया, रहिंदे समय विच आपां विचार कर लईए। होली दा तां पता लग गया कित्थों चली है। प्रहलाद दी भूआ होलका, जिन्हें गुरु प्यार वाले प्रहलाद नूं साड़न दा यतन कीता, पर परमेश्वर ने उन्होंने साड़ के सुआह कर दिता, पर प्रहलाद नूं बचाया है। उस दिन तो जिहड़े दुनिया के लोग सी, वो प्रहलाद भगत नूं बचाउण दी खुशी विच परमेश्वर की याद विच जुड़ करके उस दुष्ट होलका की सुआह उडाउंदे सन कि इन्हें सो माड़ा कर्म किया, रब दे प्यारे नूं मारन वास्ते उन्होंने एक लाणतां पाउण दा तरीका सी, जो बाद विच रंगां विच बदलिया। सो गुरु प्यार वालिओ, एक दिन श्री आनंदपुर साहिब की धरती ते सिख भी होली खेडण लग पे, एक दूजे नूं रंगिया होया। मेरे पातशाह ने तकिया भी सिख भी होली खेडते पे, इन्हां भी रंग पा पा करके एक दूजे ते अपने मूँह सिर काले कीते, रंग बरंगे कीते हुए। पातशाह ने वेख्या किते ऐसा ना होए मेरे सिख भी इस वहण विच रुड़ जाण, इन्हां नूं मैं असली तत्त विच लियावां, असली सिद्धांत बख्शां। तां मेरे पातशाह ने उस वेले बचन कहे ने, औरन की होली मम होला, कहियो कृपा निध बचन अमोला। आख्या सिखो होरनां दी होली होवेगी, मैं एक होला बनावांगा जिहड़े मेरे सिख मनाया करनगे। फिर पातशाह ने सो गुरु प्यार वालू पहली बार होला ते महला दो शब्द जुड़ गए। होला सो गुरु प्यार वालू ये अरबी भाषा का है, तो महला ये फारसी भाषा का है। दोवें वखरे वखरे शब्द ने। पहला मैं अर्थ कर देवां। होले का अर्थ हुंदा हमला, हमला करना किसी ते महल्ले का अर्थ हुंदा जगह, जगह जिवें एक निशाना मिथ्या जाता ना कि आपां फलानी थां ते हल्ला बोलना सीधा। सो गुरु प्यार वाले आपां एक निशाना मिथ लैने आ कि फलानी थां ते हमला करना है, उहनूं कहंदे महल्ला। जिहड़ा निशाना मिथना है, जगह एक टिकाणा मिथ लैना है, उहनूं महल्ला कहंदे ने, ते जिहड़ा हमला करना है, चढ़ाई करके जाना, उहनूं होला कहंदे ने। पातशाह ने पहली बार होला महला मनाया श्री आनंदपुर साहिब की धरती ते जदों खालसा पंथ की साजना हुई तो 1699 ईस्वी नूं पंज प्यारे साजे खालसा पंथ साजिया। उस दिन तो एक साल बाद पातशाह ने यह होले महल्ले का दिहाड़ा मनाया 1700 दे विच। सो 1757 बिक्रमी चेतरवदी एक वाले दिन पातशाह ने श्री आनंदपुर साहिब की धरती ते होला महला मनाया। किवें मनाया? सतगुरु पातशाह जी ने सिखां दे दो दल तैयार किए, दो दल तैयार किए
ਦੋਨਾਂ ਦੇ ਦੋ ਮੁਖੀ ਜਰਨੈਲ ਥਾਪੇ ਪਾਤਸ਼ਾਹ ਜੀ ਨੇ। ਅਤੇ ਜਿੱਥੇ ਅੱਜ ਕੱਲ੍ਹ ਕਿਲ੍ਹਾ ਹੋਲਗੜ੍ਹ ਸਾਹਿਬ ਹੈ, ਇਹ ਕਿਲ੍ਹਾ ਹੋਲਗੜ੍ਹ ਸਾਹਿਬ ਉਸ ਹੋਲੇ ਮਹੱਲੇ ਦੀ ਨਿਸ਼ਾਨੀ ਹੈ, ਕਿਉਂਕਿ ਉਹਦੇ ਸੰਬੰਧ ਵਿੱਚ ਹੀ ਪਾਤਸ਼ਾਹ ਨੇ ਹੋਲਗੜ੍ਹ ਕਿਲ੍ਹਾ ਜਿਹੜਾ ਉਹ ਉਸਾਰਨਾ ਕੀਤਾ ਹੈ। ਹੁਣ ਇੱਕ ਥਾਂ ਮਿੱਥਿਆ ਪਾਤਸ਼ਾਹ ਨੇ ਦੋਨਾਂ ਦਲਾਂ ਨੂੰ ਕਿਹਾ ਹੈ ਕਿ ਤੁਸੀਂ ਜੰਗ ਕਰਨਾ ਹੈ, ਆ ਥਾਂ ਹੈ, ਇਸ ਥਾਂ 'ਤੇ ਜਿਹੜਾ ਵੀ ਤੁਹਾਡੇ ਵਿੱਚੋਂ ਜਥਾ ਕਬਜ਼ਾ ਕਰੇਗਾ, ਦੂਜੇ ਨੂੰ ਹਰਾਵੇਗਾ, ਉਹਨੂੰ ਸਨਮਾਨਿਤ ਕੀਤਾ ਜਾਵੇਗਾ। ਜੰਗ ਭਾਵੇਂ ਇਹ ਨਕਲੀ ਸੀ, ਕਿਉਂਕਿ ਸਿਖਾਉਣ ਵਾਸਤੇ ਨਕਲੀ ਜੰਗ ਕੀਤਾ ਜਾਂਦਾ, ਅਸਲੀ ਥੋੜ੍ਹਾ ਹੋਣਾ ਸੀ, ਜਿਹਨੂੰ ਮਨਸੂਈ ਸ਼ਬਦ ਵੀ ਵਿਦਵਾਨਾਂ ਨੇ ਵਰਤਿਆ। ਇਹ ਮਨਸੂਈ ਜੰਗ ਭਾਵ ਨਕਲੀ ਜੰਗ ਦੋਨਾਂ ਹੀ ਧਿਰਾਂ ਦਾ ਕਰਵਾਇਆ। ਜਦੋਂ ਦੋਨਾਂ ਹੀ ਧਿਰਾਂ ਨੇ, ਦੋਨਾਂ ਜਥਿਆਂ ਨੇ, ਦੋਵੇਂ ਜਥੇ ਗੁਰੂ ਸਾਹਿਬ ਦੇ ਸਨ, ਦੋਨਾਂ ਜਥਿਆਂ ਵਿੱਚ ਆਪਸ ਵਿੱਚ ਸ਼ਾਸਤਰ ਵਿਦਿਆ ਦੇ ਨਾਲ ਇੱਕ ਦੂਜੇ ਨੂੰ ਹਰਾਉਣ ਵਾਸਤੇ ਤਾਣ ਲਾਇਆ। ਇੱਕ ਜਥੇ ਨੇ ਤੇ ਆਖਰ ਹਾਰਨਾ ਸੀ, ਇੱਕ ਹਾਰ ਗਿਆ, ਦੂਜਾ ਜਿੱਤਿਆ। ਤਾਂ ਮੇਰੇ ਪਾਤਸ਼ਾਹ ਨੇ ਭਰੇ ਦੀਵਾਨ ਵਿੱਚ, ਸਜੇ ਦੀਵਾਨ ਵਿੱਚ ਜਿਹੜਾ ਜੱਥਾ ਜਿੱਤਿਆ ਸੀ ਉਹਨੂੰ ਸਿਰਪਾਓ ਦੇ ਕਰਕੇ ਸਨਮਾਨਿਤ ਕੀਤਾ ਹੈ। ਸਿੱਧੇ ਜੇ ਅਰਥਾਂ ਵਿੱਚ ਲਈਏ ਤੇ ਹੋਲੇ ਮਹੱਲੇ ਦਾ ਅਰਥ ਹੈ ਇਹ ਸ਼ਾਸਤਰ ਵਿਦਿਆ ਦਾ ਪ੍ਰਤੀਕ ਦਿਹਾੜਾ ਹੈ। ਇਸ ਦਿਨ ਤੇ ਪਾਤਸ਼ਾਹ ਨੇ ਸਾਨੂੰ ਸ਼ਾਸਤਰਾਂ ਨਾਲ ਜੋੜਿਆ ਹੈ ਕਿ ਸਿੱਖ ਨੇ ਸ਼ਾਸਤਰਾਂ ਦੇ ਨਾਲ ਪਿਆਰ ਰੱਖਣਾ ਹੈ, ਸਿੱਖ ਨੇ ਸ਼ਾਸਤਰਧਾਰੀ ਹੋਣਾ। ਜੋ ਸਾਡੇ ਇਤਿਹਾਸ ਵਿੱਚ, ਸਾਡੀ ਬਾਣੀ ਵਿੱਚ ਵੀ ਬਚਨ ਆਉਂਦੇ ਨੇ, ਇਹ ਬਚਨ ਪੜ੍ਹਦੇ ਹਾਂ। ਪਾਤਸ਼ਾਹ ਨੇ ਬਚਨ ਕੀਤੇ ਨੇ ਕਿ ਬਿਨਾਂ ਸ਼ਾਸਤਰ ਕੇਸੰ ਨਰੰ ਭੇਡ ਜਾਨੋ। ਪਾਤਸ਼ਾਹ ਕਹਿੰਦੇ ਸ਼ਾਸਤਰਾਂ ਤੇ ਕੇਸਾਂ ਤੋਂ ਬਿਨਾਂ ਮਨੁੱਖ ਨੂੰ ਇੱਕ ਭੇਡ ਦੀ ਤਰ੍ਹਾਂ ਜਾਣੋ। ਗੁਰਮੁਖੋ ਮੈਂ ਨਹੀਂ ਕਹਿ ਰਿਹਾ, ਮੈਂ ਤੇ ਤੁਹਾਨੂੰ ਕੇਵਲ ਬਚਨ ਸੁਣਾ ਰਿਹਾ ਜਿਹੜੇ ਪਾਤਸ਼ਾਹ ਨੇ ਲਿਖੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਨੇ, ਬਿਨਾਂ ਸ਼ਾਸਤਰ ਕੇਸੰ ਨਰੰ ਭੇਡ ਜਾਨੋ, ਗਾਹੈ ਕਾਣ ਤਾਕੋ ਕਿਤੈ ਲੈ ਸੁਧਾਨੋ। ਇਹ ਹੈ ਮੋਰ ਆਗਿਆ ਸੁਣੋ ਹੇ ਪਿਆਰੇ, ਬਿਨਾਂ ਸ਼ਾਸਤਰ ਕੇਸੰ ਨਾ ਦੀਵੋਂ ਦਿਦਾਰੇ। ਪਾਤਸ਼ਾਹ ਕਹਿਣ ਲੱਗੇ ਨੇ ਇਹ ਮੇਰੀ ਆਗਿਆ ਹੈ, ਹੇ ਪਿਆਰੇ ਗੁਰਸਿੱਖੋ ਸੁਣਨਾ ਕਰੋ, ਸ਼ਾਸਤਰਾਂ ਤੇ ਕੇਸਾਂ ਤੋਂ ਬਿਨਾਂ ਤੁਹਾਨੂੰ ਮੇਰੇ ਦਰਸ਼ਨ ਨਹੀਂ ਹੋਣਗੇ। ਜਿਹਦੇ ਕੋਲ ਕੇਸ ਨਹੀਂ ਗਏ, ਜਿਹਦੇ ਕੋਲ ਸ਼ਾਸਤਰ ਨਹੀਂ ਗਏ, ਉਸ ਸਿੱਖ ਨੂੰ ਮੇਰੇ ਦਿਦਾਰੇ ਨਹੀਂ ਹੋਣਗੇ, ਮੇਰੇ ਦਰਸ਼ਨ ਨਹੀਂ ਹੋਣਗੇ। ਇਹ ਪਾਤਸ਼ਾਹ ਨੇ ਕਿਰਪਾ ਕੀਤੀ। 5 ਕਕਾਰ ਵੀ ਸਾਨੂੰ ਬਖਸ਼ਿਸ਼ ਕੀਤੇ, ਉਹਨਾਂ ਦੇ ਵਿੱਚੋਂ ਵੀ ਇੱਕ ਸ਼ਸਤਰ ਹੈ ਜਿਹੜੀ ਅਸੀਂ ਕਿਰਪਾਨ ਪਹਿਨਦੇ ਹਾਂ, ਇਹ ਸਾਨੂੰ ਸ਼ਸਤਰ ਬਖਸ਼ਿਆ ਹੈ। ਇਹ ਕੇਵਲ ਸ਼ਸਤਰ ਨਹੀਂ, ਅੱਜ ਜਣਾ ਖਣਾ ਉੱਠ ਕਰਕੇ ਕਹਿ ਦਿੰਦਾ ਹੈ ਵੀ ਕੀ ਅਜੇ ਕਿਰਪਾਨ ਪਾਸੇ ਕਰ ਦਈਏ ਤੇ ਫਿਰ ਕਿਹੜਾ ਅੰਮ੍ਰਿਤ ਭੰਗ ਹੋ ਚੱਲਿਆ। ਨਹੀਂ, ਪਾਤਸ਼ਾਹ ਨੇ ਆਖਿਆ 5 ਕਕਾਰ ਸਿੱਖ ਨੇ ਸਦਾ ਵਾਸਤੇ ਆਪਣੇ ਸਰੀਰ ਨਾਲ ਰੱਖਣੇ ਨੇ। ਅਸੀਂ ਉਹ ਬਚਨ ਪੜ੍ਹਦੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ। ਪਾਤਸ਼ਾਹ ਕਿਰਪਾ ਕਰਦੇ ਨੇ, ਨਿਸ਼ਾਨੇ ਸਿੱਖੀ 5 ਹਰਫ ਅਸਤ ਕਾਫ, ਫਾਰਸੀ ਦੇ ਬਚਨ ਨੇ। ਕਹਿੰਦੇ ਸਿੱਖੀ ਦੇ 5 ਨਿਸ਼ਾਨ ਨੇ, ਇਹ 5 ਕਕਾਰ। ਨਿਸ਼ਾਨੇ ਸਿੱਖੀ 5 ਹਰਫ ਅਸਤ ਕਾਫ, ਹਰਗਿਸ਼ ਨਾ ਬਾਸ਼ਿਤ ਇਹ 5 ਮੁਆਫ। ਮਾਂ ਕਹਿੰਦੇ ਕਦਾਚਿਤ ਵੀ ਇਹਨਾਂ 5 ਵਿੱਚੋਂ ਇੱਕ ਵੀ ਮਾਫ ਨਹੀਂ ਹੋਵੇਗਾ ਕਿ ਕੋਈ ਆਖੇ ਮੈਂ ਇੱਕ ਪਾਸੇ ਰੱਖ ਦਿੰਦਾ ਹੈ ਤੇ ਕੋਈ ਗੱਲ ਨਹੀਂ। ਜਿਵੇਂ ਕਈਆਂ ਨੇ ਅੱਜ ਕਿਸੇ ਨੇ ਕੰਘਾ ਨਹੀਂ ਪਹਿਨਿਆ ਹੁੰਦਾ, ਕਿਸੇ ਨੇ ਕੜਾ ਨਹੀਂ ਪਹਿਨਿਆ ਹੁੰਦਾ, ਹੁੰਦੇ ਅੰਮ੍ਰਿਤਧਾਰੀ ਹੈ। ਨਹੀਂ ਗੁਰਮੁਖੋ, ਕਕਾਰਾਂ ਦੀ ਰਹਿਤ ਵੀ ਨਾਲ ਰੱਖਣੀ ਹੈ। ਹਰਗਿਜ਼ ਨਾ ਬਾਸ਼ਿਦ ਇਹ 5 ਮੁਆਫ, ਕੜਾ ਕਾਰ ਦੋ ਕਸ਼ ਕੰਗੇ ਬਿਦਾਂ, ਬਿਲਾ ਕੇਸ ਹੇਚ ਅਸਤ ਜੁਮਲੇ ਨਿਸ਼ਾਂ। ਮਾਰੇ ਕਹਿੰਦੇ ਕੜਾ, ਇੱਕ ਕੜਾ ਹੈ, ਕਾਰ ਦੋ ਕਿਰਪਾਨ ਹੈ, ਕਸ਼ ਕਚਹਿਰਾ, ਕੰਗੇ ਬਿਦਾਂ ਕੰਗਾ ਧਾਰਨ ਕਰਨਾ ਹੈ, ਬਿਲਾ ਕੇਸ ਹੇਚ ਸੁੰਦਰ ਕੇਸ ਜਿਹੜੇ ਸਿਰ ਤੇ ਮਾਲਕ ਨੇ ਬਖਸ਼ਿਸ਼ ਕੀਤੇ ਨੇ, ਅਸਤ ਜੁਮਲੇ ਨਿਸ਼ਾਨ ਇਹ ਸਾਰੇ ਨਿਸ਼ਾਨ ਨੇ ਸਿੱਖੀ ਦੇ। ਜਿਹਦੇ ਕੋਲ ਇਹ ਨਹੀਂ ਹੈਗੇ ਉਹ ਸਿੱਖ ਨਹੀਂ ਹੋ ਸਕਦਾ। ਪਾਤਸ਼ਾਹ ਨੇ ਇਹ ਕਿਰਪਾ ਕੀਤੀ ਹੈ ਤੇ ਜਿਹੜੇ ਕਿਰਪਾਨ ਸ਼ਸਤਰ ਸਾਨੂੰ ਬਖਸ਼ਿਸ਼ ਕੀਤਾ ਹੈ, ਇਹ ਕੇਵਲ ਨਿਸ਼ਾਨੀ ਵੀ ਨਹੀਂ ਗੀ, ਇਹ ਸਾਡੀ ਸਵੈ ਰੱਖਿਆ ਵਾਸਤੇ ਵੀ ਹੈ। ਇਹ ਬਖਸ਼ਿਸ਼ ਵੀ ਹੈ ਗੁਰੂ ਦੀ। 10ਮ ਗ੍ਰੰਥ ਸਾਹਿਬ ਨੂੰ ਪੜ੍ਹੋਗੇ ਤੇ ਪਾਤਸ਼ਾਹ ਕਿਰਪਾ ਕਰਦੇ ਨੇ, ਕਿਰਪਾਨ ਪਾਣ ਧਾਰੀਆਂ ਕਰੋੜ ਪਾਪ ਟਾਰੀਆਂ। ਕਹਿੰਦੇ ਕਿਰਪਾਨ ਨੂੰ ਜੇ ਕੋਈ ਧਾਰਨ ਕਰੇ ਤੇ ਕਰੋੜਾਂ ਪਾਪ ਉਹਦੇ ਕੱਟੇ ਜਾਂਦੇ ਨੇ। ਸੋ ਗੁਰੂ ਪਿਆਰ ਵਾਲਿਓ, ਕਿਰਪਾਨ ਦੇ ਅਰਥ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਸੋ ਬਹੁਤ ਸੁੰਦਰ ਕੀਤੇ ਨੇ। ਉਹ ਕਹਿੰਦੇ ਕਿਰਪਾਨ ਦਾ ਅਰਥ ਹੁੰਦਾ ਕਿਰਪਾ ਪਲੱਸ ਆਨ, 2 ਸ਼ਬਦ ਬਣ ਜਾਂਦੇ ਨੇ। ਕਿਰਪ ਆਨ, ਐੜੇ ਦੀ ਆਵਾਜ਼ ਆਪਣੇ ਆਪ ਆਉਂਦੀ ਹੈ। ਕਿਰਪਾ ਪਲੱਸ ਆਨ, ਕਿਰਪਾ ਦਾ ਅਰਥ ਹੈ ਮਜਲੂਮ ਤੇ ਕਿਰਪਾ ਕਰਨੀ, ਧਿਆਨ ਦੇਣਾ।
ਮਜਲੂਮ ਤੇ ਕਿਰਪਾ ਕਰਨੀ, ਗਰੀਬ ਤੇ ਤਰਸ ਖਾਣਾ, ਕਿਉਂਕਿ ਸਿਧਾਂਤ ਹੈ ਗੁਰਮਤਿ ਦਾ, ਇਸਤਰੀ ਤੇ ਵਾਰ ਨਹੀਂ ਕਰਨਾ, ਬੱਚੇ ਤੇ ਵਾਰ ਨਹੀਂ ਕਰਨਾ, ਬਜ਼ੁਰਗ ਤੇ ਵਾਰ ਨਹੀਂ ਕਰਨਾ। ਇਹ ਸਿਧਾਂਤ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਮਜਲੂਮ ਤੇ ਕਿਰਪਾ ਕਰਨੀ, ਤੇ ਆਣ ਦਾ ਅਰਥ ਹੁੰਦਾ ਹੈ ਆਪਣੀ ਆਣ ਸ਼ਾਨ ਵਾਸਤੇ ਵਰਤਣੀ। ਜੇ ਕਿਤੇ ਆਪਣੇ ਤੇ ਵਿਪਤਾ ਬਣ ਜਾਵੇ ਨਾ, ਕੋਈ ਹੁਣ ਪਾਤੀ ਲਾਉਣ ਵਾਸਤੇ ਆ ਜਾਵੇ, ਕੋਈ ਹੁਣ ਮਾਰਨ ਦੇ ਤੌਰ 'ਤੇ ਹੀ ਆ ਜਾਵੇ, ਜਦੋਂ ਪਤਾ ਹੁਣ ਸਿਰ ਤੋਂ ਪਾਣੀ ਲੰਘ ਚੱਲਿਆ, ਤੇ ਫਿਰ ਉਸ ਕਿਰਪਾਨ ਦੀ ਵਰਤੋਂ ਕਰਕੇ ਆਪਣਾ ਬਚਾਅ ਵੀ ਕਰਨਾ ਸਿੱਖਣਾ। ਐਵੇਂ ਵਿਖਾਵੇ ਵਾਸਤੇ ਥੋੜ੍ਹਾ ਪਾਈ ਹੈ। ਤੇ ਮੈਂ ਤਾਂ ਕਈ ਵਾਰ ਹੈਰਾਨ ਹੁੰਦਾ ਹੈ, ਤੇ ਹੁਣ ਤਾਂ ਅਸੀਂ ਉਹ ਜਨੇਊ ਜਿਹਾ ਪਾਈ ਫਿਰਦੇ ਹਾਂ, ਜਿਹਨੂੰ ਆ ਡੋਰੀ ਵਾਲੀ ਕਹਿ ਦਿੰਦੇ। ਇਹ ਗੁਰਮਤਿ ਵਿੱਚ ਤਾਂ ਹੈ ਨਹੀਂ, ਜਿਹਨੂੰ ਅਸੀਂ ਪਾਈ ਫਿਰਦੇ ਹਾਂ, ਅਤੇ ਉਹ ਵੀ ਲੁਕੋ ਕੇ ਰੱਖਦੇ ਹਾਂ ਵੀ ਕੋਈ ਵੇਖ ਨਾ ਲਵੇ ਕਿ ਇਹ ਗੁਰੂ ਗੋਬਿੰਦ ਸਿੰਘ ਦਾ ਸਿੰਘ ਹੈ, ਇਹਨੇ ਅੰਮ੍ਰਿਤ ਛਕਿਆ, ਕਿਤੇ ਪਾਪ ਵੀ ਨਾ ਹੋ ਜਾਵੇ, ਕੁਦੇ ਵੇਖ ਲੈ ਕੋਈ। ਨਹੀਂ ਗੁਰਮੁਖੋ, ਸ਼ਾਸਤਰ ਗੁਰੂ ਨੇ ਬਖਸ਼ਿਆ ਹੈ, ਕੋਈ ਮਾੜਾ ਕਰਮ ਨਹੀਂ, ਇਹਨੂੰ ਸਾਹਮਣੇ ਪਾਓ। ਇਹ ਤੁਹਾਨੂੰ ਗੁਰੂ ਸਾਹਿਬ ਜੀ ਨੇ ਸਗੋਂ ਰਹਿਮਤਾਂ ਕਰਨੀਆਂ ਨੇ। ਇਹ ਸ਼ਾਸਤਰ ਨੂੰ ਲੁਕੋ ਕੇ ਨਹੀਂ ਰੱਖਣਾ, ਇਹਨੂੰ ਆਪਣੇ ਕੋਲ ਰੱਖੋ, ਤੇ ਸਾਹਮਣੇ ਹੋਵੇ, ਪਤਾ ਲੱਗੇ ਗੁਰੂ ਕਾ ਸਿੱਖ ਹੈ, ਇਹਨੇ ਗੁਰੂ ਕਾ ਸ਼ਾਸਤਰ ਪਹਿਨਿਆ ਹੋਇਆ ਹੋਵੇ। ਸੋ ਇਉਂ ਆਪਣੀ ਆਣ ਸ਼ਾਨ ਵਾਸਤੇ ਵਰਤੋਂ ਕਰਨੀ ਹੈ। ਕਿਸੇ ਦੀ ਧੀ ਭੈਣ ਦੀ ਪੱਤ ਕੋਈ ਲੁੱਟਦਾ ਹੋਵੇ, ਉੱਥੇ ਖਾਲਸੇ ਨੇ ਮੂਕ ਦਰਸ਼ਕ ਬਣ ਕੇ ਵੇਖਣਾ ਨਹੀਂ, ਉਹਨੂੰ ਬਚਾਉਣ ਦਾ ਯਤਨ ਕਰਨਾ ਜਿੰਨਾ ਚਿਰ ਸਵਾਸ। ਇਹ ਨਾ ਕਹਿਣਾ ਵੀ ਮੇਰੀ ਕਿਹੜੀ ਕੀ ਲੱਗਦੀ ਹੈ। ਨਹੀਂ, ਸਾਡੇ ਵਾਸਤੇ ਵੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣਾ ਹੈ, ਭਾਵੇਂ ਉਹ ਮੁਸਲਮਾਨ ਬੀਬੀ ਹੈ, ਭਾਵੇਂ ਹਿੰਦੂਆਂ ਦੀ ਬੀਬੀ ਹੈ, ਭਾਵੇਂ ਉਹ ਸਿੱਖਾਂ ਦੀ, ਭਾਵੇਂ ਹੋਰ ਕੋਈ ਹੈ। ਸਿੱਖ ਵਾਸਤੇ ਸਾਰੀਆਂ ਭੈਣਾਂ ਨੇ, ਧਿਆਨ ਦੇਣਾ। ਸਿੱਖ ਵਾਸਤੇ ਛੋਟੀਆਂ ਧੀਆਂ ਨੇ, ਵੱਡੀਆਂ ਨੂੰ ਮਾਂ ਦੇ ਬਰਾਬਰ ਸਮਝਣਾ ਹੈ। ਉਹਨਾਂ ਦੀ ਪੱਤ ਸਿੱਖ ਨੇ ਬਚਾਉਣੀ ਹੈ। ਜੇ ਸਾਡੇ ਵਰਗੇ ਹੁੰਦੇ ਸਿੱਖ, ਤੇ ਗੁਰਮੁਖੋ ਕਿੰਨੀ ਵਾਰ ਸਿੱਖਾਂ ਨੇ ਇਹ ਸ਼ਾਸਤਰਾਂ ਦੇ ਨਾਲ ਹੀ ਖੇਡ ਵਾਪਰੀ ਹੈ ਨਾ। ਇੱਕ ਵਾਰ ਅਬਦਾਲੀ ਦੇ ਕੋਲੋਂ 22,000 ਛਡਾਈਆਂ ਨੇ, 22,000 ਹਿੰਦੁਸਤਾਨ ਦੀਆਂ ਬਹੂਆਂ ਬੇਟੀਆਂ ਨੂੰ ਛਡਾ ਕਰਕੇ ਸਿੱਖਾਂ ਨੇ ਲਿਆਂਦਾ ਹੈ। ਇੱਕ ਵਾਰ 18,000 ਛਡਾਈਆਂ ਨੇ, ਇੱਕ ਵਾਰ 30,000 ਬੀਬੀਆਂ ਛਡਾ ਕਰਕੇ ਲਿਆਂਦੀਆਂ ਨੇ ਮੁਗਲਾਂ ਦੇ ਚੁੰਗਲਾਂ ਦੇ ਵਿੱਚੋਂ। ਤੇ ਫਿਰ ਕੱਲੀਆਂ ਛਡਾ ਕੇ ਨਹੀਂ ਲਿਆਂਦੀਆਂ, ਉਹਨਾਂ ਨੂੰ ਸਹੀ ਸਲਾਮਤ ਉਹਨਾਂ ਦੇ ਘਰੇ ਭੇਜਿਆ। ਇਤਿਹਾਸਕਾਰ ਲਿਖਦੇ ਨੇ, ਇੱਕ ਵਾਰ ਜਦੋਂ ਮੁਗਲਾਂ ਦੇ ਚੁੰਗਲ ਦੇ ਵਿੱਚੋਂ ਬੀਬੀਆਂ ਨੂੰ ਛਡਾਇਆ, ਤਾਂ ਉਸ ਵੇਲੇ ਬਾਬਾ ਦੀਪ ਸਿੰਘ ਜੀ ਸ਼ਹੀਦ ਆਪਣੇ ਇਲਾਕੇ ਦੀ ਸ਼ਾਨ ਨੇ, ਜਿਹੜੇ ਸਿਰ ਲੱਥ ਯੋਧੇ ਤਲੀ ਦੇ ਸਿਰ ਰੱਖ ਕਰਕੇ ਲੜੇ ਨੇ। ਇਹੋ ਜੀ ਮਿਸਾਲ ਅਜੇ ਤੱਕ ਨਾ ਦੁਨੀਆ 'ਚ ਹੈਗੀ ਤੇ ਨਾ ਕਿਤੇ ਮਿਲੇਗੀ। ਧਿਆਨ ਦੇਣਾ, ਨਵੇਕਲੇ ਅਮਰ ਸ਼ਹੀਦ। ਤਾਂ ਹੀ ਕਈ ਵਿਦਵਾਨ ਲਿਖਦੇ ਅਨੋਖੇ ਅਮਰ ਸ਼ਹੀਦ। ਕਈ ਵਾਰ ਕਈ ਸਵਾਲ ਕਰਦੇ ਵੀ ਅਨੋਖੇ ਦਾ ਅਰਥ ਕੀ ਹੈ? ਸ਼ਹੀਦਾਂ ਵਰਗੇ ਸ਼ਹੀਦ ਹੁੰਦੇ? ਨਹੀਂ, ਅਨੋਖੇ ਦਾ ਅਰਥ ਹੈ ਵੀ ਉੱਦਾਂ ਕੋਈ ਸ਼ਹੀਦ ਹੋਇਆ ਹੀ ਨਹੀਂਗਾ। ਤਲੀ 'ਤੇ ਸਿਰ ਰੱਖ ਕਰਕੇ ਲੜ ਕੇ ਸ਼ਹੀਦ ਹੋਣਾ, ਇਹ ਕੇਵਲ ਬਾਬਾ ਦੀਪ ਸਿੰਘ ਦੇ ਹਿੱਸੇ ਆਇਆ ਹੈ। ਹੁਣ ਜਦੋਂ ਲੜਕੀਆਂ ਨੂੰ ਛਡਾ ਕੇ ਲਿਆਂਦਾ, ਇਤਿਹਾਸਕਾਰ ਲਿਖਦੇ ਨੇ ਕਿ ਉਹਨਾਂ ਲੜਕੀਆਂ ਦੇ ਵਿੱਚ ਇੱਕ ਚੰਬੇ ਦੇ ਰਾਜੇ ਦੀ ਲੜਕੀ ਸੀ, ਰਾਜਕੁਮਾਰੀ, ਜਿਹਦਾ ਰੂਪ ਬੜਾ ਸੁੰਦਰ ਸੀ। ਕਹਿੰਦੇ ਨੇ ਹੁਣ ਕੋਈ ਵੀ ਸਿੱਖ ਉਹਨੂੰ ਛੱਡ ਕੇ ਆਉਣ ਵਾਸਤੇ ਤਿਆਰ ਨਾ ਹੋਵੇ। ਕਹਿੰਦੇ ਜੀ ਸਾਡਾ ਪਤਾ ਨਹੀਂ ਕਦੋਂ ਮਨ ਮੈਲਾ ਹੋ ਜਾਵੇ, ਅਸੀਂ ਨਹੀਂ ਛੱਡ ਕੇ ਆ ਸਕਦੇ। ਸਾਰਿਆਂ ਨੇ ਬੇਨਤੀ ਕੀਤੀ ਬਾਬਾ ਦੀਪ ਸਿੰਘ ਜੀ ਨੂੰ ਕਿ ਤੁਸੀਂ ਹੀ ਇਹ ਕਾਰਜ ਕਰ ਸਕਦੇ ਹਾਂ। ਤੇ ਵੇਖੋ ਬਾਬਾ ਦੀਪ ਸਿੰਘ ਦਾ ਜੀਵਨ। ਕਹਿਣ ਲੱਗੇ ਖਾਲਸਾ ਜੀ, ਮੈਂ ਵੀ ਇਕੱਲੇ ਨਹੀਂ ਜਾਣਾ, ਮੇਰੇ ਨਾਲ 5 ਸਿੰਘ ਜਾਣਗੇ। ਇੰਨਾ ਉੱਚਾ ਕਰੈਕਟਰ ਸੀ ਖਾਲਸੇ ਦਾ। ਧਿਆਨ ਦੇਣਾ, 5 ਸਿੰਘਾਂ ਨੂੰ ਨਾਲ ਲੈ ਕਰਕੇ ਤੇ ਬਾਬਾ ਦੀਪ ਸਿੰਘ ਜੀ ਉਸ ਬੀਬੀ ਨੂੰ ਰਾਜੇ ਦੇ ਘਰ ਛੱਡ ਕੇ ਆਏ ਸਹੀ ਸਲਾਮਤ। ਇਹ ਕਰੈਕਟਰ ਹੈ ਸਿੱਖਾਂ ਦਾ। ਤੇ ਗੁਰੂ ਪਿਆਰ ਵਾਲਿਓ, ਇਹ ਕਿਵੇਂ ਉਹਨਾਂ ਦੀ ਇੱਜ਼ਤ ਬਚਾਈ? ਇਹ ਸ਼ਾਸਤਰ ਨਾਲ ਬਚਾਈ ਨਾ। ਇਹ ਅੱਜ ਦਾ ਦਿਹਾੜਾ ਜਿਹੜਾ ਹੋਲਾ ਮਹੱਲਾ ਹੈ, ਇਹ ਗੁਰਮੁਖੋ ਸ਼ਾਸਤਰ ਵਿਦਿਆ ਦਾ ਪ੍ਰਤੀਕ ਹੈ। ਸਾਨੂੰ ਇੱਕ ਸਿੱਖਿਆ ਦਿੰਦਾ ਹੈ ਕਿ ਸਿੱਖ ਨੇ ਸ਼ਾਸਤਰ ਧਾਰੀ ਹੋ ਕਰਕੇ ਮਜਲੂਮਾਂ ਦੀ ਰੱਖਿਆ ਕਰਨੀ ਹੈ, ਧੀ ਭੈਣ ਦੀ ਪੱਤ ਰੋਲਣ ਵਾਲੇ ਨੂੰ ਸੋਧਾ ਲਾਉਣਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਉਹਦੀ ਕੀਤੀ ਦਾ ਫਲ ਦੇਣਾ ਹੈ। ਇਹ ਸਿਧਾਂਤ ਹੈ ਸ਼ਾਸਤਰਾਂ ਦਾ। ਇਸ ਕਰਕੇ ਗੁਰੂ ਪਿਆਰ ਵਾਲਿਓ, ਇਹ ਕੇਵਲ ਅੱਜ ਜਾਂਦੇ ਨੇ ਸਾਡੇ ਨੌਜਵਾਨ, ਮੈਂ ਇਹ ਨਹੀਂ ਕਹਿੰਦਾ ਵੀ ਕਿਉਂ ਜਾਂਦੇ, ਚੰਗੀ ਗੱਲ, ਆਨੰਦਪੁਰ ਸਾਹਿਬ ਜਾਂਦੇ ਨੇ, ਸਾਰਿਆਂ ਨੂੰ ਜਾਣਾ ਚਾਹੀਦਾ, ਪਰ ਗੁਰਮੁਖੋ ਸਮਝ ਕਰਕੇ ਜਾਇਆ ਕਰੋ ਕਿ ਇਹ ਦਿਹਾੜਾ ਕਿਉਂ ਮਨਾਉਣ ਚੱਲੇ। ਕੇਵਲ ਉੱਥੇ ਮੋਟਰਸਾਈਕਲਾਂ ਦੇ ਸਲੈਂਸਰ ਲਾ ਕਰਕੇ ਪਟਾਕੇ ਪਾਉਣ ਵਾਸਤੇ ਨਹੀਂ ਚੱਲੇ। ਕੇਵਲ ਰਸਤੇ ਵਿੱਚ ਵੱਡੇ ਵੱਡੇ ਡੀਜੇ ਲਾ ਕਰਕੇ, ਵੱਡੇ ਵੱਡੇ ਡੈਕ ਲਾ ਕਰਕੇ ਲੋਕਾਂ ਦੇ ਕੰਨ ਪਾੜਦੇ ਜਾਈਏ। ਤੇ ਕਈ ਵਾਰ ਐਕਸੀਡੈਂਟ ਵੀ ਇੱਦਾਂ ਹੀ ਹੁੰਦੇ ਆ। ਵੱਡੇ ਵੱਡੇ ਡੈਕ ਲੱਗੇ ਹੁੰਦੇ, ਪਿਛਲਾ ਅਗਲਾ ਉਹਦਾ
ਹਾਰਨ ਦੇਈ ਜਾਂਦਾ ਹੈ ਪਰ ਕੋਈ ਸੁਣਦਾ ਹੀ ਨਹੀਂ। ਸੋ ਗੁਰੂ ਪਿਆਰ ਵਾਲਿਓ, ਲੰਗਰ ਲਾਏ ਜਾਂਦੇ ਨੇ, ਲੰਗਰ ਲਾਓ ਜੀ ਸਦਕੇ ਲਾਓ, ਪਰ ਓਨੇ ਕੋ ਲਾਓ ਜਿੰਨਿਆਂ ਕੁ ਦੀ ਲੋੜ ਹੈ। ਬਰਬਾਦੀ ਨਾ ਕਰੀਏ ਕੌਮ ਦੀ, ਕਿਉਂਕਿ ਜਿਹੜਾ ਵਧਿਆ ਪੈਸਾ ਨਾ ਸਾਰੇ ਲੰਗਰਾਂ ਵਾਲੇ ਪਾਸੇ ਨਾ ਹੋ, ਹੋਰ ਵੀ ਲੰਗਰ ਲਾਓ। ਮੈਨੂੰ ਇੱਕ ਬੜਾ ਸੋਹਣਾ ਸੁਨੇਹਾ ਮਿਲਿਆ, ਤੇ ਪਹੂਗੰਡ ਸਾਹਿਬ ਦੀ ਧਰਤੀ ਤੇ ਵੀ ਉਹ ਲੰਗਰ ਲੱਗਾ ਸੀ। ਉਹ ਲੰਗਰ ਸੀ ਦਸਤਾਰਾਂ ਦਾ ਲੰਗਰ। ਇਹੋ ਜਿਹੇ ਲੰਗਰ ਵੀ ਲੱਗਣੇ ਚਾਹੀਦੇ। ਉਹਨਾਂ ਗੁਰਸਿੱਖਾਂ ਨੇ ਸ਼ੁਰੂ ਕੀਤਾ ਦਸਤਾਰਾਂ ਦਾ ਲੰਗਰ। ਆਪਣੇ ਕੋਲੋਂ ਦਸਤਾਰਾਂ ਲਿਆਉਣੀਆਂ, ਤੇ ਜਿਹੜੇ ਨੌਜਵਾਨ ਸਿੱਖੀ ਤੋਂ ਭਟਕੇ ਹੋਏ ਨੇ ਉਹਨਾਂ ਨੂੰ ਦਸਤਾਰਾਂ ਬੰਨ੍ਹ ਕੇ ਦੇਣੀਆਂ ਵੀ ਇਹ ਲੈ ਜਾਓ ਘਰੇ, ਪਰ ਇਹਨਾਂ ਨੂੰ ਸਦਾ ਸਜਾਇਓ। ਧਿਆਨ ਦੇਣਾ, ਇਹੋ ਜਿਹੇ ਲੰਗਰ ਵੀ ਲੱਗਣੇ ਚਾਹੀਦੇ ਆ। ਦਵਾਈਆਂ ਦੇ ਲੰਗਰ ਉਹਨਾਂ ਜੀਵਾਂ ਵਾਸਤੇ ਜਿਹੜੇ ਆਪਣਾ ਇਲਾਜ ਨਹੀਂ ਕਰਵਾ ਸਕਦੇ, ਸਿੱਖ ਕੌਮ ਨੂੰ ਇਹ ਲੰਗਰ ਵੀ ਲਾਉਣੇ ਚਾਹੀਦੇ। ਲਿਟਰੇਚਰ ਦੇ ਲੰਗਰ, ਗੁਰੂ ਪਿਆਰ ਵਾਲਿਓ, ਸਾਡਾ ਸਾਹਿਤ, ਸਾਡਾ ਜੋ ਧਾਰਮਿਕ ਲਿਟਰੇਚਰ ਹੈ, ਕਿਤਾਬਾਂ ਲਿਖੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਸਿੱਖਾਂ ਦਾ ਜੀਵਨ ਹੈ, ਗੁਰੂ ਸਾਹਿਬਾਨਾਂ ਦਾ ਜੀਵਨ ਹੈ, ਉਹ ਕਿਤਾਬਾਂ, ਉਹ ਧਾਰਮਿਕ ਪੋਥੀਆਂ, ਉਹ ਵੀ ਸੰਗਤਾਂ ਵਿੱਚ ਵੰਡੀਆਂ ਜਾਣ ਤਾਂ ਕਿ ਲੋਕ ਉਹਨਾਂ ਨੂੰ ਪੜ੍ਹ ਕਰਕੇ ਸਿੱਖੀ ਵਾਲੇ ਪਾਸੇ ਆਉਣ। ਇਹ ਵੀ ਲੰਗਰ ਹੋਣੇ ਚਾਹੀਦੇ ਹੈ। ਮੈਂ ਲੰਗਰਾਂ ਦੇ ਵਿਰੁੱਧ ਨਹੀਂ, ਪਰ ਜਿਹੜਾ ਲੰਗਰਾਂ ਨੂੰ ਵੇਸਟ ਕਰਨਾ ਉਸ ਚੀਜ਼ ਦੇ ਵਿਰੁੱਧ ਹਾਂ ਵੀ ਓਨੇ ਹੀ ਲੱਗਣੇ ਚਾਹੀਦੇ ਨੇ ਜਿੰਨਿਆਂ ਦੀ ਲੋੜ ਆ, ਬੇਫਾਲਤੂ ਨਹੀਂ ਲੱਗਣੇ ਚਾਹੀਦੇ। ਪਿਛਲੀ ਵਾਰ ਸਰਵੇਖਣ ਕੀਤਾ ਸੀ ਅਖਬਾਰ ਵਾਲਿਆਂ ਨੇ, ਤੇ 1 ਕਿਲੋਮੀਟਰ ਵਿੱਚ 7 ਲੰਗਰ ਲੱਗੇ ਸੀ। ਹੁਣ ਦੱਸੋ ਕਿਹੜਾ 1 ਕਿਲੋਮੀਟਰ ਵਿੱਚ 7 ਲੰਗਰ ਖਾ ਲੂਗਾ? ਧਿਆਨ ਦੇਣਾ। ਸੋ ਗੁਰੂ ਪਿਆਰ ਵਾਲਿਓ, ਜ਼ਰੂਰੀ ਨਹੀਂ ਵੀ ਆਪਾਂ ਵੱਖਰੇ ਕਿਉਂ ਲਾਏ ਜਾਂਦੇ ਆ। ਇੱਕ ਸਾਡੀ ਹਉਮੈ, ਚਲੋ ਕਈ ਜਿਹੜੇ ਨੇ ਭਾਵਨਾ ਵਾਲੇ ਵੀ ਹੈ, ਬਹੁਤਾਤ ਹਉਮੈ ਹੈ ਕਿ ਸਾਡੇ ਪਿੰਡ ਦਾ ਨਾਂ ਵੱਖਰਾ ਹੋਵੇ, ਫਲਾਣੇ ਪਿੰਡ ਨੇ ਲਾਇਆ। ਨਹੀਂ, ਜੇ ਲਾਉਣਾ ਹੈ ਤੇ ਕਿਤੇ 50-100 ਕਿਲੋਮੀਟਰ ਦੇ ਵਿੱਚ ਇੱਕ ਲੰਗਰ ਜਿਹੜਾ ਵੱਡੇ ਪੱਧਰ ਤੇ ਸਾਰੀਆਂ ਸੰਗਤਾਂ ਰਲ ਕੇ ਲਾ ਲੈਣ, ਰਲ ਕੇ ਲੱਗੇ। ਇਸ ਢੰਗ ਨਾਲ ਗੁਰੂ ਪਿਆਰ ਵਾਲਿਓ, ਇਹ ਦਿਹਾੜੇ ਤੇ ਲੰਗਰ ਲਾਓ, ਸੇਵਾ ਕਰੋ ਤੇ ਸ਼ਾਸਤਰਧਾਰੀ ਹੋ। ਜਿੰਨਾ ਚਿਰ ਸ਼ਾਸਤਰਧਾਰੀ ਨਹੀਂ ਹੁੰਦੇ ਉਹਨਾਂ ਚਿਰ ਧਰਮ ਤੁਹਾਡਾ ਨਹੀਂ ਜੇ ਬਚਣਾ। ਆਖਰੀ ਬਚਨ ਕਹਿ ਕੇ ਸਮਾਪਤੀ ਕਰਾਂ। ਮਹਾਰਾਜ ਆਪ ਲਿਖਦੇ ਨੇ, ਸ਼੍ਰੀ ਮੁਖ ਭਨਿਓ ਗਰੀਬ ਨਿਵਾਜ, ਸ਼ਾਸਤਰਨ ਕੇ ਅਧੀਨ ਹੈ ਰਾਜ। ਇਹ ਆਪਣੇ ਮੁਖ ਤੋਂ ਗਰੀਬ ਨਿਵਾਜ ਪਾਤਸ਼ਾਹ ਨੇ ਕਿਹਾ ਹੈ, ਰਾਜ ਸ਼ਾਸਤਰਾਂ ਦੇ ਅਧੀਨ ਹੈ, ਰਾਜ ਬਿਨਾ ਨਾ ਧਰਮ ਚੱਲੈ ਹੈ। ਆ ਜਿਹੜੇ ਅੱਜ ਕਹਿੰਦੇ ਫਿਰਦੇ ਹਨ ਖਾਲਿਸਤਾਨ ਬਾਅਦ 'ਚ ਬਣਾਉਣਾ ਹੈ, ਤੇ ਪਹਿਲਾਂ ਤੁਸੀਂ ਰੂਲ ਬਣਾਓ। ਰੂਲ ਬਾਅਦ ਵਿੱਚ ਬਣਦੇ ਜਦੋਂ ਤਾਕਤ ਹੋਵੇ। ਜਿੰਨਾ ਚਿਰ ਤਾਕਤ ਨਹੀਂ ਆਈ ਉਹਨਾਂ ਚਿਰ ਰੂਲ ਨਹੀਂ ਕਦੇ ਬਣਦੇ। ਪਹਿਲਾਂ ਰੂਲ ਬਣਾ ਕਰਕੇ ਫਿਰ ਆਜ਼ਾਦੀਆਂ ਨਹੀਂ ਮਿਲਦੀਆਂ। ਹਿੰਦੁਸਤਾਨ ਪਹਿਲਾਂ ਆਜ਼ਾਦ ਕੀਤਾ ਤੇ ਬਾਅਦ ਵਿੱਚ ਰੂਲ ਬਣੇ। ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਜਿੰਨਾ ਚਿਰ ਪਾਵਰ ਹੀ ਨਹੀਂ ਕੋਲ ਕਿਵੇਂ ਤੁਸੀਂ ਰੂਲ ਬਣਾ ਲਓਗੇ। ਤੇ ਮੂਰਖ ਲੋਕ ਸਰਕਾਰਾਂ ਦੇ ਹੱਥ ਟੋਕੇ ਬਣ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਪਿੱਛੇ ਜੇ ਇੱਕ ਵਿਦਵਾਨ ਨੇ ਇਹ ਬੋਲਿਆ ਸੀ। ਸੋ ਰਹੋ ਵਿਚਾਰ ਗੁਰੂ ਪਿਆਰ ਵਾਲਿਓ, ਪਹਿਲਾਂ ਰਾਜ ਲੈਣਾ ਹੈ। ਮਹਾਰਾਜ ਕਹਿੰਦੇ ਰਾਜ ਬਿਨਾ ਨਾ ਧਰਮ ਚੱਲੈ ਹੈ। ਰਾਜ ਤੋਂ ਬਿਨਾ ਧਰਮ ਨਹੀਂ ਚੱਲਦਾ, ਤੇ ਧਰਮ ਬਿਨਾ ਸਭ ਦਲੇ ਮਲੇ। ਕਹਿੰਦੇ ਧਰਮ ਤੋਂ ਬਿਨਾ ਸਾਰੇ ਦਲੇ ਮਲੇ ਜਾਂਦੇ ਨੇ, ਧਰਮ ਤੋਂ ਬਿਨਾ ਜੀਵਨ ਬਰਬਾਦ ਹੈ। ਸੋ ਗੁਰੂ ਪਿਆਰ ਵਾਲਿਓ, ਹੋਲੀ ਕਿਵੇਂ ਖੇਡਣੀ ਹੈ, ਹੋਲੀ ਕਿੱਥੋਂ ਚੱਲੀ, ਇਹ ਵੀ ਆਪਾਂ ਵਾਚਿਆ ਹੈ। ਕੇਵਲ ਬਾਹਰ ਦੇ ਰੰਗਾਂ ਵਿੱਚ ਨਾ ਉਲਝੋ, ਨਾਮ ਬਾਣੀ ਦਾ ਰੰਗ ਆਪਣੇ ਹਿਰਦੇ ਨੂੰ ਚਾੜੋ ਤਾਂ ਕਿ ਗੁਰੂ ਦਰ ਤੇ ਪ੍ਰਵਾਨ ਹੋ ਜਾਈਏ। ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਇਹੋ ਜਿਹਾ ਰੰਗ ਫਿਰ ਕਿਤੇ ਲੱਭਣਾ ਨਹੀਂ। ਜੇ ਕਿਤੇ ਨਾਮ ਦੇ ਰੰਗ ਵਿੱਚ ਆਪਣਾ ਜੀਵਨ ਰੰਗ ਲਈਏ। ਤੇ ਦੂਜਾ ਹੋਲਾ ਮਹੱਲਾ ਜਿਹੜਾ ਹੈ ਇਹ ਸ਼ਾਸਤਰਾਂ ਦਾ ਪ੍ਰਤੀਕ ਹੈ। ਸ਼ਾਸਤਰਧਾਰੀ ਹੋਈਏ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਗੁਰੂ ਦਸੀ ਮਰਿਆਦਾ ਵਿੱਚ ਚੱਲ ਕਰਕੇ ਆਪਣਾ ਜੀਵਨ ਸਵਾਰੀਏ। ਸਤਿਗੁਰੂ ਜੀ ਕਿਰਪਾ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਦਿਹਾੜੇ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਹੋਣ। ਇਤਨੀ ਸੇਵਾ ਪ੍ਰਵਾਨ ਕਰਿਓ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਓ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਾਵਧਾਨ ਹੋਵੋ।